मैं मनवीर कौर सोशल पोस्ट ਵੇਖ ਰਹੀ ਸਾਰੀ ਆਡੀਅנס ਦਾ ਸਵਾਗਤ ਕਰਦੀ ਹਾਂ। ਖਾਸ ਪ੍ਰੋਗਰਾਮ ਹਰ ਸੈਟਰਡੇ ਨੂੰ ਸਾਡਾ ਰਣਜੀਤ ਸਿੰਘ ਕੁੱਕੀ ਗਿੱਲ ਜੀ ਨਾਲ ਹੁੰਦਾ ਹੈ। ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ ਔਰ ਅਗਲੇ ਜਿਹੜੇ 3 ਵੱਡੇ ਕੰਸਰਨ ਨੇ ਅੱਜ ਦੇ ਪ੍ਰੋਗਰਾਮ ਦੇ ਉਹਨਾਂ ਤੇ ਗੱਲਬਾਤ ਨੂੰ ਸਟਾਰਟ ਕਰਦੇ ਹਾਂ। ਮਸਲੇ ਕਿਹੜੇ ਨੇ? ਸਭ ਤੋਂ ਪਹਿਲਾਂ ਤਾਂ ਇੱਕ ਕੁੱਕੀ ਜੀ ਦੇ ਨਾਲ ਹੀ ਜੁੜਿਆ ਹੋਇਆ ਇੱਕ ਇਨਸੀਡੈਂਟ ਹੈਗਾ, ਮੈਂ ਉਹਨੂੰ ਉਹਦੇ ਤੇ ਕੁਝ ਮੇਰੇ ਸਵਾਲ ਨੇ ਮੈਂ ਉਹ ਵਿੱਚ ਲੈ ਕੇ ਆਉਣਾ ਚਾਹੁੰਦੀ ਹਾਂ। ਨਾਲ ਹੀ ਨਵੀਂ ਪਾਰਲੀਮੈਂਟ ਦੇ ਉਦਘਾਟਨ ਤੇ ਇੱਕ ਸਿੰਬਲ, ਕਲਚਰਲ ਸਿੰਬਲ ਆਪਾਂ ਉਹਨੂੰ ਕਹਿ ਸਕਦੇ ਹਾਂ, ਸੰਗੋਲ ਜਿਹਨੂੰ ਕਿਹਾ ਜਾ ਰਿਹਾ, ਉਹਦੀ ਇੰਸਟਾਲਮੈਂਟ ਨੂੰ ਲੈ ਕੇ ਕੁੱਕੀ ਜੀ ਦਾ ਪੱਖ ਜਾਣਨਾ ਜ਼ਰੂਰੀ ਆ ਔਰ ਨਾਲ ਹੀ ਇੰਟਰਨੈਸ਼ਨਲ ਮਸਲਿਆਂ ਦੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਮੈਂ ਕੁੱਕੀ ਗਿੱਲ ਜੀ ਨੂੰ ਸ਼ਾਮਿਲ ਕਰਦੇ ਹੋਏ ਸਵਾਗਤ ਕਰਦੀ ਹਾਂ। ਸਰ, ਮੋਸਟ ਵੈਲਕਮ। ਥੈਂਕ ਯੂ ਸੋ ਮਚ ਮਨਵੀਰ, ਗੁੱਡ ਟੂ ਬੀ ਵਿਦ ਯੂ। ਕੁੱਕੀ ਜੀ 27 ਮਈ ਨੂੰ ਪਿਛਲੇ ਸੈਟਰਡੇ ਤੁਸੀਂ ਇੱਕ ਪ੍ਰੋਗਰਾਮ ਤੇ ਗਏ ਹੋਏ ਸੀ, ਜਿਹੜੇ ਆਪਣੇ ਫਾਰਮਰ ਡਿਪਲੋਮੈਟ ਨੇ, ਉਹਨਾਂ ਦੀ ਕਿਤਾਬ ਦੀ ਲਾਂਚਿੰਗ ਸੀ। ਕਾਫੀ ਵਧੀਆ ਪ੍ਰੋਗਰਾਮ ਉਹਨਾਂ ਨੇ ਆਰਗੇਨਾਈਜ਼ ਕੀਤਾ ਹੋਇਆ ਸੀ, ਤੁਹਾਨੂੰ ਵੀ ਉੱਥੇ ਤੁਸੀਂ ਇਨਵਾਈਟਡ ਸੀਗੇ। ਤਾਂ ਉੱਥੇ ਇੱਕ ਤੁਹਾਡੀ ਆਰਗੂਮੈਂਟ ਦੀ ਵੀਡੀਓ ਜਿਹੜੀ ਆ ਉਹ ਦੇਖਣ ਨੂੰ ਮਿਲੀ, ਉਹ ਸਾਹਮਣੇ ਆਈ। ਇੱਕ ਤੁਹਾਡਾ ਆਰਗੂਮੈਂਟ ਹੋ ਰਿਹਾ ਹੈ ਜਿਹਦੇ ਵਿੱਚ ਜਿੱਥੇ ਇੱਕ ਪੁਰਾਣੇ ਜਸਟਿਸ ਸੀਗੇ, ਇੱਕ ਬਹੁਤ ਹੀ ਪ੍ਰੋਮੀਨੈਂਟ ਪੱਤਰਕਾਰ ਸੀਗੇ, ਜਿਨ੍ਹਾਂ ਵੱਲੋਂ ਉਸ ਪ੍ਰੋਗਰਾਮ ਦੇ ਵਿੱਚ ਉਸ ਜਸਟਿਸ ਵੱਲੋਂ 1984 ਸਿੱਖ ਕਤਲੇਆਮ ਨੂੰ ਦੰਗੇ ਕਹਿ ਕੇ ਜਦੋਂ ਸੰਬੋਧਨ ਕੀਤਾ ਗਿਆ ਤਾਂ ਤੁਹਾਡੇ ਵੱਲੋਂ ਇੱਕ ਆਰਗੂਮੈਂਟ ਦਿੱਤਾ ਗਿਆ। ਉਹ ਆਰਗੂਮੈਂਟ ਮੈਂ ਜਾਣਨਾ ਚਾਹੁੰਦੀ ਹਾਂ ਵੀ ਉਹ ਕੀ ਸੀਗਾ, ਤੁਹਾਡੇ ਮਨ ਦੀ ਉਹ ਗੱਲ ਨੂੰ ਤੁਸੀਂ ਕਿਵੇਂ ਡਿਸਕ੍ਰਾਈਬ ਕਰੋਗੇ ਵੀ ਉਹ ਕਿਉਂ ਹੋਇਆ? ਉਹਨਾਂ ਮੈਂ ਤਾਂ ਸਹਿਜ ਸੁਭਾਅ, ਉਹਨਾਂ ਨੇ ਮੈਨੂੰ ਬੁਲਾਇਆ, ਕੇਸੀ ਸਿੰਘ ਨੇ, ਮੈਂ ਚਲਾ ਗਿਆ ਉੱਥੇ। ਸ਼ਾਮ ਦਾ ਪ੍ਰੋਗਰਾਮ ਸੀਗਾ ਹਯਾਤ ਰੀਜੈਂਸੀ ਦੇ ਵਿੱਚ। ਜਦੋਂ ਇਨਾਗਰਲ ਸ਼ੁਰੂ ਹੋਈ ਸਪੀਚ ਤਾਂ ਜਸਟਿਸ SS ਸੋਢੀ ਨੇ, ਪਹਿਲੇ ਜਸਟਿਸ ਰਹਿ ਚੁੱਕੇ ਨੇ ਹਾਈ ਕੋਰਟ ਦੇ ਵਿੱਚ, ਉਹਨਾਂ ਨੇ ਸ਼ੁਰੂ ਕੀਤਾ ਪ੍ਰੋਗਰਾਮ। ਤਾਂ ਉਹਨਾਂ ਨੇ ਪਹਿਲੇ ਇੱਕ ਵਾਰੀ ਸਿੱਖ ਰਾਈਟਸ ਦਾ ਨਾਂ ਲਿਆ, ਫਿਰ ਦੂਜੀ ਵਾਰੀ 84 ਦੇ ਦਿਖਾਂਤ ਬਾਰੇ ਜ਼ਿਕਰ ਕਰਦਾ ਉਸ ਨੂੰ, ਫਿਰ ਇਸੇ ਤਰ੍ਹਾਂ ਦੀ ਟਰਮ ਉਹਨਾਂ ਨੇ ਯੂਜ਼ ਕੀਤੀ। ਦੈਨ ਆਈ ਸਟੂਡ ਅਪ ਤੇ ਮੈਂ ਆਬਜੈਕਟ ਕੀਤਾ ਉਹਨਾਂ ਨੂੰ, ਇਨਫੈਕਟ ਇੰਟਰਜੈਕਟ ਕੀਤਾ ਕਿ ਜੇ ਤੁਹਾਡੇ ਵਰਗੇ ਲਰਨਡ ਸਿੱਖਸ ਆਪਣੇ ਆਪ ਨੂੰ ਜਸਟਿਸ ਤੁਸੀਂ ਅਹੁਦਿਆਂ ਤੇ ਰਹੇ ਆ, ਤੁਹਾਨੂੰ ਅੱਜ ਤੱਕ 39 ਸਾਲ ਬਾਅਦ ਵੀ ਇਹ ਨਹੀਂ ਪਤਾ ਲੱਗਾ ਕਿ ਟਰਮਨੋਲੋਜੀ ਕੀ ਸੀ ਤੇ ਉੱਥੇ ਕੀ ਹੋਇਆ ਤੇ ਉੱਥੇ ਕਿਸ ਤਰ੍ਹਾਂ ਦਾ ਕਤਲੇਆਮ ਹੋਇਆ, ਐਂਡ ਏ ਪਲੈਨਡ ਮੈਸੈਕਰ। ਐਂਡ ਹੀ ਉਹਦੇ ਕੋਲ ਬਾਅਦ ਫਿਰ ਬੋਲਿਆ ਨਹੀਂ ਗਿਆ ਕੁਛ ਵੀ, ਉਹ ਸਟੇਜ ਤੋਂ ਥੱਲੇ ਆ ਗਿਆ। ਦੈਨ ਕੇਸੀ ਸਿੰਘ ਸਟਾਰਟਡ ਹਿਸ ਇੰਟਰਵਿਊ ਵਿਦ ਬਰਖਾ ਦੱਤ, ਇਹ ਨੋਨ ਜਰਨਲਿਸਟ ਹੈਗੀ ਇੰਡੀਅਨ ਜਰਨਲਿਜ਼ਮ ਦੇ ਵਿੱਚ। ਉਹਦੇ ਵਿੱਚ ਵੀ ਉਹਨਾਂ ਨੇ, ਕਿਉਂਕਿ ਗਿਆਨੀ ਜੈਲ ਸਿੰਘ ਤੇ ਕਿਤਾਬ ਲਿਖੀ ਗਈ ਆ, ਉਹਦੇ ਵਿੱਚ ਉਹ ਹਾਈਲਾਈਟ ਕੀਤਾ ਗਿਆ ਕਿ ਗਿਆਨੀ ਜੈਲ ਸਿੰਘ ਜਿਹੜਾ ਸੀ ਉਹ ਬੜਾ ਮਜਬੂਰ ਸੀਗਾ, ਇਸ ਕਰਕੇ ਉਹਨੇ 1984 'ਚ ਰਿਜ਼ਾਈਨ ਨਹੀਂ ਕੀਤਾ। ਜੇ ਉਹ ਰਿਜ਼ਾਈਨ ਕਰਦਾ, ਉਹਦੇ ਨਾਲ ਸਿੱਖ ਕੌਮ ਨੂੰ ਭਾਰਤ ਅੰਦਰ ਬਹੁਤ ਵੱਡਾ ਖਤਰਾ ਖੜਾ ਹੋ ਜਾਣਾ ਸੀ। ਜਦੋਂ ਉਹਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤਾਂ ਮੈਂ ਫਿਰ ਦੁਬਾਰਾ ਇੰਟਰਜੈਕਟ ਕੀਤਾ ਕਿ ਤੁਸੀਂ ਕਿਹੜੇ ਬੰਦੇ ਨੂੰ ਯੂਟਿਲਾਈਜ਼ ਕਰ ਰਹੇ ਹੋ। ਜਿਹੜੇ ਸਾਡੇ ਵਰਗੇ ਬੰਦੇ ਨੇ, ਅਸੀਂ ਕ੍ਰਾਂਤੀ ਫੁੱਲਾਂ ਦੀ ਸੇਜ ਨਹੀਂ ਮਨਵੀਰ, ਸਗੋਂ ਭੁੱਖ ਤੇ ਅਤੀਤ ਦੇ ਵਿਚਕਾਰ ਦਾ ਸੰਘਰਸ਼ ਆ। ਮੈਂ ਉਹ ਚੀਜ਼ ਦੇਖੀ ਆ, ਹੰਡਾਈ ਆ, ਲੰਮਾ ਚਿਰ ਹੰਡਾਈ ਆ। ਇਹਨਾਂ ਨੇ ਸਾਨੂੰ ਪੈਰਾਂ ਦੀਆਂ ਜੰਜੀਰਾਂ ਨਾਲ ਬੰਨ੍ਹਣਾ ਵੀ ਚਾਹਿਆ, ਪਰ ਸਾਡੀ ਸੋਚ ਜਿਹੜੀ ਦੀਵਾਰਾਂ ਨੂੰ ਚੀਰਦੀ ਰਹੀ ਹੈ, ਜਿਹਨੂੰ ਹੁਣ ਇਹ ਦਬਾਉਣਾ ਚਾਹੁੰਦੇ ਨੇ। ਇਹ ਆਪਣੇ ਉਸ ਟਾਈਮ ਦੇ ਬਰਤਾਂਤ, ਕਿਉਂਕਿ ਹੀ ਵਾਸ ਸੈਕਟਰੀ ਟੂ ਦਾ ਪ੍ਰੈਜ਼ੀਡੈਂਟ ਗਿਆਨੀ ਜੈਲ ਸਿੰਘ ਐਟ ਦੈਟ ਟਾਈਮ, ਜਦੋਂ ਐਡਾ ਵੱਡਾ ਉਹ ਕਮਾਂਡਰ ਇਨ ਚੀਫ ਸੀਗਾ ਇੰਡੀਅਨ ਆਰਮਡ ਫੋਰਸਿਸ ਦਾ, ਬੀਇੰਗ ਪ੍ਰੈਜ਼ੀਡੈਂਟ ਆਫ ਇੰਡੀਆ। ਉਹ ਕਹਿ ਰਿਹਾ ਕਿ ਮੈਂ ਹੈਲਪਲੈਸ ਆ, ਮੈਂ ਕੁਛ ਨਹੀਂ ਕਰ ਸਕਿਆ, ਨਾ ਮੈਂ ਆਰਮੀ ਨੂੰ ਰੋਕ ਸਕਿਆ। ਉਸ ਤੋਂ ਬਾਅਦ 1984 ਦਾ ਦਿਖਾਂਤ ਹੁੰਦਾ, ਵਿਦਾਊਟ ਐਨੀ ਕੰਸਲਟੇਸ਼ਨ ਉਹ ਰਾਜੀਵ ਗਾਂਧੀ ਨੂੰ ਐਜ਼ ਪ੍ਰਾਈਮ ਮਿਨਿਸਟਰ ਅਪੁਆਇੰਟ ਕਰ ਦਿੰਦਾ, ਜਦ ਕਿ ਉਹ ਨਾ ਤਾਂ ਸੀਨੀਅਰਟੀ 'ਚ ਵੱਡਾ ਸੀਗਾ, ਉਦੋਂ ਪ੍ਰਣਾਬ ਮੁਖਰਜੀ ਦਾ ਨੰਬਰ 1 ਸੀਗਾ। ਉਹਨਾਂ ਸਾਰਿਆਂ ਨੂੰ ਸੁਪਰਸੀਡ ਕਰਕੇ ਆਪਣੀ ਲਾਇਲਟੀ ਨੂੰ, ਜਾਂ ਇਸ ਗੱਲ ਦੀ ਸ਼ਾਬਾਸ਼ ਦੇ ਰਿਹਾ ਸੀ ਗਾਂਧੀ ਪਰਿਵਾਰ ਨੂੰ। ਉਦੋਂ ਕਤਲੇਆਮ ਸ਼ੁਰੂ ਹੋ ਚੁੱਕਿਆ ਸੀ ਦਿੱਲੀ 'ਚ, ਇਹਦੀ ਆਪ ਦੀ ਕਾਰ ਤੇ ਵੀ ਪੱਥਰ ਵੱਜੇ ਆ, ਇਹਦੀ ਸਿਕਿਉਰਿਟੀ 'ਚ ਬਰੀਚ ਹੋਈ ਆ ਪ੍ਰੈਜ਼ੀਡੈਂਟ ਦੀ। ਉਸ ਦੇ ਬਾਵਜੂਦ ਜਦ ਕਿ ਦੂਰਦਰਸ਼ਨ ਤੋਂ ਸ਼ਰੇਆਮ ਕਹਿ ਰਹੇ ਸੀ ਕਿ ਸਿੱਖਾਂ ਨੂੰ ਮਾਰੋ, ਉਸ ਚੀਜ਼ ਨੂੰ ਇਹ ਡਿਫੈਂਡ ਕਰ ਰਹੇ ਨੇ, ਉਹਨੂੰ ਰਿਵਾਰਡ ਕਰ ਰਹੇ ਨੇ ਉਸ ਫੈਮਿਲੀ ਨੂੰ ਜਿਹੜੀ ਕਿ ਉਸ ਟਾਈਮ ਤੇ ਕਤਲੇਆਮ ਕਰਵਾਉਣ ਦਾ ਹੁਕਮ ਦੇ ਰਹੀ ਹੈ। ਮੇਰਾ ਤੁਹਾਡੇ ਅੱਗੇ ਇਹ ਅੱਜ ਦਾ ਇਹ ਮਸਲਾ ਇੱਕ ਹਫਤਾ ਖੈਰ ਪੁਰਾਣਾ ਹੋ ਗਿਆ ਹੈ। ਅੱਜ ਇਹਦੇ ਤੇ ਗੱਲ ਕਰਨ ਦਾ
ਮੇਰਾ ਮਕਸਦ ਹੈਗਾ ਕਿ ਕਿਉਂਕਿ ਤੁਸੀਂ ਲੋਕਾਂ ਦੇ ਸ਼ਬਦ ਬੋਲਦੇ ਨੇ ਜੀ, ਜ਼ੁਬਾਨ ਬੋਲਦੀ ਹੈ, ਤੁਹਾਡੇ ਐਕਸ਼ਨ ਬੋਲਦੇ ਨੇ, ਤੁਹਾਨੂੰ ਲੋਕ ਸ਼ੇਰ ਮੰਨਦੇ ਨੇ, ਉਸ ਤੋਂ ਬਾਅਦ ਲੋਕ ਤੁਹਾਨੂੰ ਹੀਰੋ ਮੰਨਦੇ ਨੇ ਕਿਉਂਕਿ ਤੁਸੀਂ ਜੇਲ੍ਹਾਂ ਚੋਂ ਨਿਕਲ ਕੇ, ਉਹ ਕਾਲ ਕੋਠੜੀਆਂ ਚੋਂ ਨਿਕਲ ਕੇ the way you carried yourself, ਜਿਸ ਤਰ੍ਹਾਂ ਤੁਸੀਂ ਆਪਣੇ ਮੋਰਲ ਵੈਲਿਊਜ਼ ਨੂੰ ਹਜੇ ਵੀ ਉੱਪਰ ਰੱਖਿਆ ਹੈ, ਤੁਸੀਂ ਕੋਈ ਵੀ ਸ਼ਬਦ, ਕੋਈ ਵੀ ਫੈਕਟ ਸ਼ੂਗਰ ਕੋਟ ਕਰਕੇ ਨਹੀਂ ਬੋਲਦੇ, ਓਨੈਸਟੀ ਨਾਲ, ਇਮਾਨਦਾਰੀ ਨਾਲ ਸਾਰੀ ਗੱਲ ਨੂੰ ਅੱਗੇ ਰੱਖਦੇ ਹੋ, ਇਸ ਕਰਕੇ ਲੋਕ ਤੁਹਾਨੂੰ ਹੁਣ ਹੀਰੋ ਮੰਨਦੇ ਨੇ, ਫਰੋਮ ਲਾਈਨ ਟੂ ਹੀਰੋ। ਸੋ ਮੇਰਾ ਤੁਹਾਡੇ ਅੱਗੇ ਸਵਾਲ ਇਹ ਸੀਗਾ, ਜਿਹੜਾ ਪ੍ਰਮੁੱਖ ਸਵਾਲ ਹੈ, ਕਿ ਜਿੱਦਾਂ ਤੁਸੀਂ ਅੱਗੇ ਵੀ ਪ੍ਰੋਗਰਾਮਾਂ ਦੇ ਵਿੱਚ ਕਈ ਵਾਰੀ ਗੱਲ ਕੀਤੀ ਹੈ ਕਿ ਆਪਣੀ ਅਕਾਲੀ ਲੀਡਰਸ਼ਿਪ 1947 ਦੇ ਵੇਲੇ ਇੱਕ ਟੇਬਲਾਂ ਤੇ ਬੈਠ ਕੇ ਅੱਛੀ ਤਰ੍ਹਾਂ ਗੱਲ ਨਹੀਂ ਸੀ ਕਰ ਪਾਉਂਦੀ, ਉਹ ਐਡੀ ਕਾਬਿਲ ਨਹੀਂ ਸੀ, ਇਸ ਕਰਕੇ ਅੱਜ ਤੱਕ ਦੀਆਂ ਪੀੜ੍ਹੀਆਂ ਜਿਹੜੀਆਂ ਨੇ ਉਲਝ ਰਹੀਆਂ ਨੇ, ਬੇਚੈਨੀ ਵਧੀ ਹੋਈ ਹੈ। ਸੋ ਜਦੋਂ ਆਪਾਂ 1984 ਦੇ ਸਿੱਖ ਕਤਲੇਆਮ ਦੀ ਗੱਲ ਆਉਂਦੀ ਹੈ ਤਾਂ ਸਰ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ, ਉਹਦੇ ਲਈ ਕਈ ਤਰ੍ਹਾਂ ਦੇ ਸ਼ਬਦ ਵਰਤੇ ਜਾਂਦੇ ਨੇ, ਜੋ ਅਖਬਾਰਾਂ ਦੇ ਵਿੱਚ ਜਾਂ ਸਰਕਾਰੀ ਟਰਮ ਹੈ ਉਹਦੇ ਲਈ ਦੰਗੇ ਵਰਤੇ ਜਾਂਦੇ ਨੇ, ਕੋਈ ਉਹਨੂੰ ਐਥਨਿਕ ਕਲੀਨਜ਼ਿੰਗ ਕਹਿੰਦਾ ਹੈ, ਕੋਈ ਮੈਸੇਕਰ ਕਹਿੰਦਾ ਹੈ, ਕੋਈ ਜੈਨੋਸਾਈਡ ਕਹਿੰਦਾ, ਔਰ ਪੰਜਾਬੀ 'ਚ ਕਈ ਕਤਲੇਆਮ ਕਹਿੰਦੇ ਨੇ, ਪੋਗਰੋਮ ਤੱਕ ਵੀ ਕਿਹਾ ਜਾਂਦਾ। ਸੋ ਆਪਾਂ ਕੀ ਐਦਾਂ ਦੇ ਹੌਸਟਾਈਲ ਆਰਗੂਮੈਂਟਸ ਦੇ ਵਿੱਚ ਪੈਣ ਨਾਲੋਂ ਤੁਹਾਡੇ ਵਰਗੇ ਲੀਡਰ ਇਸ ਮਸਲੇ ਨੂੰ ਇੱਕ ਜਿਹੜਾ ਬੁਝਾਰਤ ਬਣਿਆ ਹੋਇਆ ਅੱਜ ਦੀ ਪੀੜ੍ਹੀ ਅੱਗੇ, ਵੀ ਇਹਨੂੰ ਕਹਿਣਾ ਕੀ ਹੈ, ਕਿੰਨੀ ਕੁ ਦੇਰ ਤੱਕ ਜਿਹੜੇ ਬੱਚੇ ਨੇ, ਸਿੱਖ ਨੌਜਵਾਨ ਨੇ ਜਾਂ ਤੁਸੀਂ ਹੈ, ਨੁੱਕ ਐਂਡ ਕਾਰਨਰਸ ਤੇ ਆਪਾਂ ਆਰਗੂਮੈਂਟ ਕਰਾਂਗੇ ਕਿ ਇਹਨੂੰ ਇਹ ਨਹੀਂ, ਇਹ ਬੋਲੋ, ਇੱਕ ਸੋਲਿਡ ਇੱਕ ਸਟੈਂਡਰਡ ਦੇ ਵਿੱਚ ਇਹਨੂੰ ਲਿਆ ਕੇ, ਕੀ ਆਪਾਂ ਕਦੀ ਸਰਕਾਰ ਅੱਗੇ ਜਾਂ ਕਿਸੇ ਅੱਗੇ ਵੀ, ਕੋਰਟ ਅੱਗੇ, ਇੰਟਰਨੈਸ਼ਨਲ ਕੋਰਟਸ ਦੇ ਵਿੱਚ ਕਦੀ ਇਹ ਮਸਲਾ ਉਠਾਇਆ ਕਿ ਇਹ ਦੰਗੇ ਨਹੀਂ ਹੈ, ਜੈਨੋਸਾਈਡ ਹੈ? ਮੈਂ ਤਾਂ ਇਹ ਬਹੁਤ ਚਿਰ ਦੀ ਕੋਸ਼ਿਸ਼ ਕਰ ਰਿਹਾ ਹਾਂ, ਵੈਸਟਰਨ ਵਰਲਡ ਵਿੱਚ ਵੀ ਜਿਹੜੀ ਸਾਡੀ ਸਿੱਖ ਲੀਡਰਸ਼ਿਪ ਬੈਠੀ ਆ, ਮੈਂ ਉਹਨਾਂ ਨੂੰ ਵੀ ਬੜੀ ਵਾਰ ਰਿਕੁਐਸਟ ਕੀਤੀ ਆ ਕਿ ਜੇ ਤੁਹਾਡੀ ਇੰਨੀ ਇੱਥੇ ਰੈਪਰਜੈਂਟੇਸ਼ਨ ਹੈਗੀ ਆ, ਤੁਸੀਂ ਕਹਿੰਦੇ ਕਿ ਸਾਡਾ ਅਮਰੀਕਨ ਕਾਂਗਰਸ ਵਿੱਚ ਵੀ ਸਾਡਾ ਇਨਫਲੂਐਂਸ ਆ, ਸਾਡੀ ਇੱਕ ਸਿੱਖ ਕਾਕਸ ਵੀ ਬਣੀ ਹੋਈ ਆ ਉੱਥੇ, ਇਸੇ ਤਰ੍ਹਾਂ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਅੱਜ ਵੀ ਅਰਾਊਂਡ 23 ਮੈਂਬਰ ਆਫ ਪਾਰਲੀਮੈਂਟ ਹੈਗੇ ਆ ਜਿਹੜੇ ਪੰਜਾਬ ਰੀਜਨ ਦੇ ਆ, ਸਿੱਖ ਕਮਿਊਨਿਟੀ ਵਿੱਚੋਂ, ਈਵਨ ਡਿਫੈਂਸ ਮਿਨਿਸਟਰ ਤੱਕ ਕੈਨੇਡਾ ਦੇ ਵਿੱਚ ਰਹੇ ਨੇ। ਉਸੇ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਪਿੱਛੇ ਥੋੜਾ ਚਿਰ ਪਹਿਲੇ ਦੋ ਮਤੇ ਪਏ ਨੇ, ਯੂਨੈਨਿਮਸਲੀ ਮਤੇ ਪਾਸ ਹੋਏ ਨੇ। ਇੱਕ ਹੋਇਆ ਸ਼੍ਰੀਲੰਕਾ ਦੇ ਅਗੇਂਸਟ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਤਾਮਿਲਸ ਦਾ ਜੈਨੋਸਾਈਡ ਕੀਤਾ, ਜੋ ਉਹਨਾਂ ਨਾਲ 2009 'ਚ ਵਰਤਾਰਾ ਹੋਇਆ ਬਾਏ ਸ਼੍ਰੀਲੰਕਨ ਆਰਮੀ। ਇਸੇ ਤਰ੍ਹਾਂ ਉਹਨਾਂ ਨੇ ਯੂਗਰਸ ਬਾਰੇ ਜੈਨੋਸਾਈਡ ਦੀ ਟਰਮ ਯੂਜ਼ ਕੀਤੀ ਆ ਅਗੇਂਸਟ ਚਾਈਨੀਜ਼ ਰਜੀਮ, ਕਿਉਂਕਿ ਇੱਕ ਉੱਥੇ ਪ੍ਰੋਵਿੰਸ ਆ ਜ਼ਿੰਜ਼ੈਂਗ, ਉੱਥੇ ਜਿਹੜੀ ਮੈਜੋਰਟੀ ਪਾਪੂਲੇਸ਼ਨ ਆ ਉਹ ਮੁਸਲਿਮ ਹੈਗੇ ਆ, ਉਹ ਈਸਟਰਨ ਟਰਕਮਸਤਾਨ ਆਪਣੇ ਆਪ ਨੂੰ ਮੰਨਦੇ ਨੇ ਕਿ ਅਸੀਂ ਵੀ ਆਰ ਨਾਟ ਪਾਰਟ ਆਫ ਚਾਈਨਾ, ਪਰ ਉੱਥੇ ਬਹੁਤ ਵੱਡੇ ਪੱਧਰ 'ਤੇ ਉਹਨਾਂ ਨੂੰ ਇੰਟਰਨਮੈਂਟ ਕੀਤਾ ਹੋਇਆ, ਉਸ ਕਮਿਊਨਿਟੀ ਨੂੰ, ਉਹਨਾਂ ਲਈ ਵੱਡੀਆਂ ਪ੍ਰੈਜ਼ੈਂਸ ਬਣਾਈਆਂ ਹੋਈਆਂ, ਔਰ ਜਿਸ 'ਚ ਮਿਲੀਅਨਸ ਆਫ ਯੂਗਰਸ ਨੂੰ ਡਿਟੇਨ ਕੀਤਾ ਹੋਇਆ, ਉਹਨਾਂ ਨੂੰ ਫੋਰਸਫੁਲੀ ਚਾਈਨੀਜ਼ ਕਲਚਰ ਦੇ ਵਿੱਚ ਸਮੇਲ ਕਰਨ ਦਾ ਜ਼ੋਰ ਲਾਇਆ ਜਾ ਰਿਹਾ। ਠੀਕ ਆ, ਉਹਨਾਂ ਲਈ ਇਹਨਾਂ ਨੇ ਆਵਾਜ਼ ਉਠਾਈ, ਆਈ ਵੈਲਕਮ ਦੈਟ, ਪਰ ਮੈਂ ਇਹ ਸਵਾਲ ਕੀਤਾ ਸੀ ਕੈਨੇਡੀਅਨ ਜਿਹੜੇ ਕਈ ਮੈਂਬਰ ਵੀ ਨੇ ਪਾਰਲੀਮੈਂਟ ਦੇ, ਮੈਂ ਉਹਨਾਂ ਨੂੰ ਇਨਡਾਇਰੈਕਟਲੀ ਪੁੱਛਿਆ ਸੀਗਾ ਕਿ ਉੱਥੇ ਕਿਉਂ ਤੁਹਾਡੀ ਸਿੱਖ ਆਵਾਜ਼ ਪਹੁੰਚ ਨਹੀਂ ਰਹੀ, ਜਾਂ ਤੁਸੀਂ ਪਹੁੰਚਾਉਣਾ ਨਹੀਂ ਚਾਹੁੰਦੇ, ਕਿਉਂਕਿ ਆਪਾਂ ਹੁਣ ਵੀ ਦੇਖਿਆ ਜਦੋਂ ਰਾਹੁਲ ਗਾਂਧੀ ਅਮਰੀਕਾ ਦੇ ਵਿੱਚ ਕਿੱਥੇ ਕੈਲੀਫੋਰਨੀਆ 'ਚ ਕਿਤੇ ਸਪੀਚ ਦੇ ਰਿਹਾ ਸੀ, ਤਾਂ ਉੱਥੇ ਵੀ 3-4 ਯੰਗ ਸਿੱਖਸ ਉੱਠੇ ਨੇ, ਉਹਨਾਂ ਨੇ ਸਵਾਏ ਰਾਊਡੀਜ਼ਮ ਤੋਂ ਆਪਣੀ ਕੋਈ ਪ੍ਰੈਜੈਂਟੇਸ਼ਨ ਨਹੀਂ ਦਿੱਤੀ। ਮੈਂ ਵੀ ਤਾਂ ਉੱਧਰ ਇੰਟਰਜੈਕਟ ਕੀਤਾ ਨਾ ਚੰਡੀਗੜ੍ਹ ਦੇ ਵਿੱਚ, ਮੈਂ ਇਹਨੇ ਮੈਨਰ ਕੀਤਾ ਹੈਗਾ ਕਿ ਜੋ ਤੁਸੀਂ ਟਰਮ ਲੈ ਰਹੇ ਆ ਇਹ ਟਰਮ ਗਲਤ ਆ, ਜੋ ਤੁਸੀਂ ਯੂਟਿਲਾਈਜ਼ ਕਰ ਰਹੇ ਆ ਜਿਸ ਇਨਸਾਨ ਨੂੰ, ਇਹ ਰੋਂਗ ਇੰਟਰਪ੍ਰੀਟੇਸ਼ਨ ਆ ਹਿਸਟਰੀ ਦੀ, ਤੇ ਮੈਂ ਆਪਣਾ ਪੁਆਇੰਟ ਰੱਖਿਆ ਵੀ ਆ। ਉਹਨੇ ਘਬਰਾ ਕੇ ਮੈਨੂੰ ਇੱਕ ਜਾਤੀਵਾਦ ਵੱਲ ਨੂੰ ਉਹ ਗੱਲ ਲੈ ਗਿਆ, ਮੈਂ ਤਾਂ ਵੀ ਉਸ ਤੋਂ ਪਿੱਛੇ ਨਹੀਂ ਹਟਿਆਗਾ, ਪਰ ਮੈਂ ਕੋਈ ਉੱਥੇ ਰਾਊਡੀਜ਼ਮ ਨਹੀਂ ਕੀਤਾ। ਜਿਵੇਂ ਸਾਡੇ ਸਿੱਖਸ ਜਿਹੜੇ ਜਦੋਂ ਡੈਮੋਨਸਟ੍ਰੇਟ ਕਰ ਰਹੇ ਨੇ ਬਾਹਰ, ਉਹ ਜਿਸ ਤਰੀਕੇ ਨਾਲ ਡੈਮੋਨਸਟ੍ਰੇਟ ਕਰ ਰਹੇ ਨੇ ਉਹਦੇ ਨਾਲ ਸਾਡੀ ਇਮੇਜ ਦੇ ਖਿਲਾਫ ਐਂਟੀ ਨੈਰੇਟਿਵ ਬੁਣਿਆ ਜਾ ਰਿਹਾ। ਇੱਥੇ ਜਦੋਂ ਮੈਂ ਬੋਲਿਆ ਤਾਂ ਲੱਖਾਂ ਲੋਕਾਂ ਨੇ ਮੇਰੇ ਨਾਲ ਆਵਾਜ਼ 'ਚ ਆ ਕੇ ਖੜੇ, ਉਸ ਚੀਜ਼ ਦਾ ਉਹਨਾਂ ਵੱਲੋਂ ਉਸ ਇੰਟਰਵਿਊ ਜਿਹਨੇ ਮੇਰੀ ਕੀਤੀ ਸੀ ਉਹਦੇ ਤੇ ਪ੍ਰੈਸ਼ਰ ਵੀ ਪਾਇਆ ਗਿਆ ਉਹਨਾਂ ਦੇ ਅਦਾਰੇ ਤੇ,
ਕਿ ਤੁਸੀਂ ਇਹ ਇੰਟਰਵਿਊ 에ਅਰ ਨਾ ਕਰੋ, ਪਰ ਉਹਨਾਂ ਨੇ ਉਸ ਦੇ ਬਾਵਜੂਦ ਵੀ ਇੰਟਰਵਿਊ 에ਅਰ ਕੀਤੀ ਹੈ, ਜਿਹੜੀ ਕਲੋਜ਼ ਟੂ ਮਿਲੀਅਨ ਵਿਊਅਰਸ ਤੱਕ ਚਲੀ ਗਈ ਹੋਈ ਹੈ। ਉਸ ਟਾਈਮ ਤੇ ਮੈਂ ਆਵਾਜ਼ ਉਠਾਈ ਸੀ, ਕਿਉਂਕਿ ਮੈਂ ਇਹਨਾਂ ਲੋਕਾਂ ਦੀਆਂ ਪਾਲਿਸੀਜ਼ ਕਰਕੇ, ਗਿਆਨੀ ਜੈਲ ਸਿੰਘ ਜਦੋਂ ਹੋਮ ਮਿਨਿਸਟਰ ਸੀ 80s ਦੇ ਵਿੱਚ, ਇਹਨਾਂ ਵੱਲੋਂ ਹੀ ਜਿਹੜੀ ਅੱਗ ਦੀ ਚੰਗਿਆੜੀ ਪੰਜਾਬ 'ਚ ਲਾਈ ਗਈ ਆ, ਉਹਨਾਂ ਵਿੱਚ ਗਿਆਨੀ ਜੈਲ ਸਿੰਘ ਦਾ ਵੀ ਬਹੁਤ ਵੱਡਾ ਹੱਥ ਆ, ਬੀਇੰਗ ਦਾ ਹੋਮ ਮਿਨਿਸਟਰ, ਕਿਉਂਕਿ ਇਹਦੀ ਪਰਸਨਲ ਰਾਈਵਲਰੀ ਸੀਗੀ। ਜਿਹੜਾ ਪੰਜਾਬ ਦਾ ਚੀਫ ਮਿਨਿਸਟਰ ਸੀ ਦਰਬਾਰਾ ਸਿੰਘ ਹੈ, ਉਹ ਵੀ ਕਾਂਗਰਸ ਦਾ ਹੀ ਸੀ, ਪਰ ਇਹਨਾਂ ਦੀ ਪਰਸਨਲ ਰਾਈਵਲਰੀਜ਼ ਦੇ ਵਿੱਚੋਂ ਇਹਨਾਂ ਨੇ ਇੱਦਾਂ ਦੇ ਫ੍ਰਿੰਜ ਐਲੀਮੈਂਟਸ 6 ਦੇ ਵਿੱਚੋਂ ਉਹਨਾਂ ਨੂੰ ਇਨਕਰੇਜਮੈਂਟ ਦਿੱਤੀ ਟੂ ਸਬਡਿਊ ਦਾ ਮੇਨ ਸਟ੍ਰੀਮ ਅਕਾਲੀ ਦਲ। ਮੈਂ ਇੱਥੇ ਕੋਈ ਅਕਾਲੀ ਦਲ ਨੂੰ ਡਿਫੈਂਡ ਨਹੀਂ ਕਰ ਰਿਹਾ, ਕਿਉਂਕਿ ਅਕਾਲੀ ਦਲ ਦੀਆਂ ਪਾਲਿਸੀਜ਼ ਆਪਣੇ ਸਾਰਿਆਂ ਦੇ ਸਾਹਮਣੇ ਆ। ਇਹਨਾਂ ਸਾਰੇ ਸਰਕਮਸਟਾਂਸਿਸ ਕਰਕੇ ਜੋ 1984 ਦੇ ਵਿੱਚ ਈਵੈਂਟਸ ਉੱਠੀਆਂ, ਜਿਸ ਤਰ੍ਹਾਂ ਦਰਬਾਰ ਸਾਹਿਬ ਦਾ ਸਾਕਾ ਹੋਇਆ, 39 ਸਾਲ ਬੀਤ ਗਏ ਨੇ ਤੇ ਸਾਨੂੰ ਕੋਈ ਉਹਦਾ ਥੋਂ ਪਤਾ ਨਹੀਂ ਲੱਗਿਆ। ਕਿਸੇ ਇੰਡੀਅਨ ਪਾਰਲੀਮੈਂਟ ਨੇ, ਭਾਵੇਂ ਅਕਾਲੀ ਦਲ ਦੀ ਭਾਈਵਾਲ ਸਰਕਾਰਾਂ ਰਹੀਆਂ ਨੇ ਸੈਂਟਰ ਦੇ ਵਿੱਚ, ਇਹਨਾਂ ਨੇ ਇੱਕ ਮਤਾ ਨਹੀਂ ਇੰਡੀਅਨ ਪਾਰਲੀਮੈਂਟ ਵਿੱਚ ਪਾਸ ਕਰਵਾ ਸਕੇ। ਇੱਥੋਂ ਤੱਕ ਕਿ ਪੰਜਾਬ ਅਸੈਂਬਲੀ 'ਚ ਨਹੀਂ ਇਹਨਾਂ ਨੇ ਪਾਸ ਕਰਾਇਆ ਕਿ ਇਸ ਨੂੰ ਆਪਾਂ ਟਰਮੀਨੋਲੋਜੀ ਜੈਨੋਸਾਈਡ ਦੇਣਾ। ਤੇ ਜਿਹੜੇ ਕ੍ਰਾਈਮਸ ਹੋਇਆ ਸਾਡੇ ਅਗੇਂਸਟ 1984 ਦੇ ਆਰਮੀ ਅਟੈਕ ਵੇਲੇ, ਦੋਸ ਆਰ ਵਾਰ ਕ੍ਰਾਈਮਸ। ਇਸ ਮੁੱਦੇ ਨੂੰ ਇਹਨਾਂ ਨੂੰ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਵਿੱਚ ਫਾਈਲ ਕਰਨਾ ਚਾਹੀਦਾ ਸੀ, ਜਿਹੜਾ ਕਿ ਈਜ਼ੀਲੀ ਫਾਈਲ ਹੋ ਸਕਦਾ ਸੀ। ਤੁਹਾਨੂੰ ਮਿਲੀਅਨਸ ਆਫ ਵਿਊ ਆਏ, ਬਹੁਤ ਵਧੀਆ ਗੱਲ ਹੈ, ਇੰਨੇ ਲੋਕਾਂ ਤੱਕ ਤੁਹਾਡੀ ਉਹ ਗੱਲ ਪਹੁੰਚੀ, ਪਰ ਉਹ ਗੱਲ ਨੂੰ ਅੱਧੇ ਲੋਕ ਤਾਂ ਜੀ ਸੋਸ਼ਲ ਮੀਡੀਆ ਤੇ ਇਸ ਕਰਕੇ ਦੇਖਣ ਆਉਂਦੇ ਨੇ ਕਿਉਂਕਿ ਉਹ ਕੰਟਰੋਵਰਸੀ ਹੁੰਦੀ ਹੈ। ਰਣਜੀਤ ਸਿੰਘ ਕੁੱਕੀ ਗਿੱਲ ਦਾ ਬਹੁਤ ਵੱਡਾ ਐਕਸ਼ਨ ਹੈ, ਉਹ ਕੰਟਰੋਵਰਸੀ 'ਚ ਕਿਉਂ ਪੈਣਗੇ? ਉਹ ਇੱਕ ਰਾਊਂਡ ਟੇਬਲ ਤੇ ਜਾ ਕੇ ਆਪਣੀ ਗੱਲ ਨੂੰ ਇੱਕ ਫਾਰਮਲ ਵੇ ਦੇ ਨਾਲ ਅੱਗੇ ਕਿਉਂ ਨਹੀਂ ਵਧਾ ਸਕਦੇ? ਵਾਟ ਇਜ਼ ਦ ਪ੍ਰੋਬਲਮ ਵਿਦ ਕੁੱਕੀ ਗਿੱਲ? ਕੋਈ ਪੈਸੇ ਦੀ ਦਿੱਕਤ ਹੈ? ਤੁਹਾਨੂੰ ਲੱਗਦਾ ਤੁਹਾਡੇ ਨਾਲ ਸਪੋਰਟ ਨਹੀਂ ਹੈਗੀ, ਜਾਂ ਕੀ ਦਿੱਕਤ ਹੈਗੀ? ਅਕਾਲੀ ਦਲ ਤੋਂ ਉਮੀਦ ਲਾਣੀ ਮੈਨੂੰ ਲੱਗਦਾ ਹੁਣ ਛੱਡ ਦੇਣੀ ਚਾਹੀਦੀ ਹੈ। ਸਰ ਨਹੀਂ, ਮੇਰੀ ਕੋਈ ਕਿਸੇ ਤੋਂ ਉਮੀਦ ਨਹੀਂ ਹੈਗੀ। ਮੈਂ ਤਾਂ ਇਸ ਤਰ੍ਹਾਂ ਦੇ ਮਾਹੌਲ 'ਚੋਂ ਗਿਆ ਹੈਗਾ ਮਨਵੀਰ ਕਿ तख्त क्या चीज है और लालो जहार क्या है, इश्क वाले तो खुदाई भी लुटा देते हैं। मैं तो इन्हां चीज़ां चों गया हैगा। पर हुण जिहड़ियां असीं फीलिंग सीगां जिहड़ियां साडीआं 84 वेले कि मुद्दतें गुजरी हैं इतनी रंजो गम सहते हुए, शर्म सी आती है इस वतन को वतन कहते हुए। एक आलमा इकबाल ने ये अखर बोले सी जदों उहनूं इत्थों छड्डना पिया सीगा भारत ਤੇ ਪਾਕਿਸਤਾਨ 'ਚ ਜਾਣਾ ਪਿਆ ਸੀ। ਇਹਨਾਂ ਨੇ ਅਜਿਹੇ ਕਰਮ ਕੀਤੇ ਨੇ ਇੰਡੀਅਨ ਸਟੇਟ ਨੇ ਕਿ ਇਹਨਾਂ ਨੇ ਪਹਿਲੇ ਐਨਮੀ ਖੜੇ ਕੀਤੇ, ਫਿਰ ਉਹ ਐਨਮੀ ਨੂੰ ਡਿਸਟਰੋਏ ਕੀਤਾ ਫॉर देयर ਪੋਲੀਟੀਕਲ ਗੇਨਸ, ਜਿਸ ਤਰ੍ਹਾਂ ਕਿ 1984 ਵਿੱਚ ਹੋਇਆ। ਇਹ ਚੀਜ਼ਾਂ ਦਾ ਮੈਂ ਉੱਥੇ ਵੀ ਇਹੀ ਗੱਲ ਕਹੀ ਸੀ ਮਨਵੀਰ ਕੇਸੀ ਸਿੰਘ ਨੂੰ ਕਿ ਕੀ ਮੈਨੂੰ ਤੁਸੀਂ ਬੋਲਣ ਦਾ ਸਮਾਂ ਦਿਓਗੇ? ਉਹਨੇ ਬਲੇਟੈਂਟਲੀ ਮੈਨੂੰ ਨਾ ਕੀਤੀ। Then I had no platform to raise that issue because this issue was very sensitive ਤੇ ਮੇਰੇ ਲਈ ਤਾਂ ਇਹ ਬਹੁਤ ਹੀ ਜ਼ਿਆਦਾ ਸੈਂਸਿਟਿਵ ਹੈ, ਕਿਉਂਕਿ ਮੈਂ ਜ਼ਿੰਦਗੀ ਦਾ ਅੱਧੇ ਤੋਂ ਜ਼ਿਆਦਾ ਹਿੱਸਾ ਇਸ ਦੁਖਾਂਤ ਦੇ ਲੇਖੇ ਲਾਇਆ। For no fault of mine, I didn't created those events। ਸਾਡੇ को ਤਾਂ अंगारे मांगने आए थे रोशनी की भी, अपना घर ना जलाते तो क्या करते। ਤੇ ਹੁਣ ਵੀ मैं यही कहना कि ऐसा नहीं कि कद अपने कम हो गए, हम हालात को देख के खुद ही सिमट गए, पर इन्ने भी नहीं सिमटे कि ਅਸੀਂ ਚਾਦਰਾਂ 'ਚ ਆਪਣੇ ਆਪ ਨੂੰ ਢੱਕ ਲਈਏ। ਮੈਂ ਦੁਬਾਰਾ ਤੋਂ ਇੱਕ ਸਵਾਲ ਉਹੀ ਤੁਹਾਡੇ ਅੱਗੇ ਲੈ ਕੇ ਆ ਰਹੀ ਹਾਂ। ਇਹ ਜਿਹੜੀ ਕਨਫਰੰਟੇਸ਼ਨ ਹੋਈ ਉੱਥੇ, ਜਿਹਦੇ ਵਿੱਚ ਜਾਤੀ ਸੂਚਕ ਸ਼ਬਦ ਵੀ ਨਿਕਲ ਕੇ ਆਏ, ਉਹ ਅਗਰੈਸ਼ਨ ਵੀ ਨਜ਼ਰ ਆਇਆ। ਜਿਹੜੇ ਡਿਪਲੋਮੈਟ ਹੈਗੇ ਨੇ, ਡਿਪਲੋਮੈਟ ਸਾਹਿਬ, ਉਹਨਾਂ ਵੱਲੋਂ ਵੀ ਇਹ ਗੱਲ ਕਹੀ ਗਈ ਹੈ ਜਿਹੜੀ ਕਿ ਬਹੁਤ ਐਮਬੈਰਸਿੰਗ ਸੀਗੀ, ਕਿਉਂਕਿ 1984 ਦਾ ਦੁਖਾਂਤ ਇੱਕ ਬਹੁਤ ਹੀ ਸੀਰੀਅਸ ਇਸ਼ੂ ਹੈਗਾ, ਔਰ ਇਹਨੂੰ ਇੱਦਾਂ ਦੇ ਕਨਫਰੰਟੇਸ਼ਨ ਸ਼ਬਦ ਬਹੁਤ ਭਾਰਾ ਆਇਆ। ਚਲੋ ਮੈਂ ਇਹਨੂੰ ਥੋੜਾ ਸੋਫਿਸਟੀਕੇਟਡ ਕਰ ਲੈਂਦੀ, ਔਰ ਮੈਂ ਕਹਿ ਦਿੰਦੀ ਹਾਂ ਕਿ ਆਰਗੂਮੈਂਟੇਟਿਵ ਜਿਹੜੇ ਉਹ ਹਾਲਾਤ ਪੈਦਾ ਹੋਏ, ਉਹਦੇ ਵਿੱਚ ਇਹ ਸ਼ਬਦ ਦੀ ਇੱਕ ਨਹੀਂ, ਇਨ ਦਾ ਸੈਂਸ ਕਿ ਬਹੁਤ ਵੱਡਾ ਕੰਸਰਨ ਹੈ, ਜਿਹਦੇ ਵਿੱਚ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਉਲਝੀਆਂ ਰਹਿਣਗੀਆਂ ਵੀ ਇਹਨੂੰ ਕਹੀਏ ਕਿ 1984 ਦੇ
ਕਤਲੇਆਮ ਨੂੰ ਜੈਨੋਸਾਈਡ ਕਹੀਏ ਕਿ ਐਥਨਿਕ ਕਲੀਨਜ਼ਿੰਗ ਕਹੀਏ ਕਿ ਉਹ ਮਹਿਜ ਦੰਗੇ ਹੀ ਸੀਗੇ। ਸੋ ਇਸ ਕਰਕੇ ਮੇਰਾ ਤੁਹਾਡੇ ਅੱਗੇ ਫਿਰ ਸਵਾਲ ਹੈ ਕਿ ਫॉर ਆਉਣ ਵਾਲੀ ਪੀੜ੍ਹੀ ਲਈ ਇਹ ਬੁਝਾਰਤ ਸੋਲਵ ਹੋਵੇ, ਉਹਦੇ ਲਈ ਇਹ ਆਰਗੂਮੈਂਟੇਟਿਵ ਵੇ ਨੂੰ ਛੱਡ ਕੇ, ਕਿਉਂਕਿ ਆਪਾਂ ਕਿੰਨਿਆਂ ਕੁ ਦੇ ਨਾਲ ਤੁਸੀਂ ਜਾ ਕੇ ਆਰਗੂਮੈਂਟ ਕਰੋਗੇ ਸਰ, ਕਿੰਨੀਆਂ ਬੁੱਕ ਲਾਂਚ ਅੱਗੇ ਵੀ ਹੋਣਗੀਆਂ ਗਿਆਨੀ ਜ਼ੈਲ ਸਿੰਘ ਤੇ ਜਾਂ ਕਿਸੇ ਹੋਰ ਤੇ, ਆਪਾਂ ਕਿੱਥੇ ਕਿੱਥੇ ਜਾ ਕੇ ਇਹ ਆਰਗੂਮੈਂਟਸ ਕਰਦੇ ਰਵਾਂਗੇ। ਇੱਕ ਸੌਰਟਡ ਆਊਟ ਪ੍ਰੈਸ਼ਰ ਜਿਹੜਾ ਆ ਇਨ ਅ ਵੈਰੀ ਸਿਸਟੈਮਿਕ ਵੇ, ਕਿਉਂਕਿ ਆਪਣੇ ਪੰਜਾਬ 'ਚ ਚੋਣਾਂ ਹੋਈਆਂ, MP ਚੋਣਾਂ ਹੁਣ ਅੱਗੇ ਆਉਣੀਆਂ ਨੇ, ਕਿਸੇ ਵੀ ਪਾਰਟੀ ਦੇ ਮੈਨੀਫੈਸਟੋ ਦੀ ਇੱਕ ਧਾਰਾ ਨਹੀਂ ਹੋਏਗੀ ਕਿ 1984 ਦੇ ਦੰਗਿਆਂ ਨੂੰ ਅਸੀਂ ਜੈਨੋਸਾਈਡ ਡਿਕਲੇਅਰ ਕਰਾਵਾਂਗੇ ਜਾਂ ਇਹਨੂੰ ਇੱਕ ਇੱਕ ਮਤਾ ਪਾਵਾਂਗੇ ਇਹਦੇ ਤੇ ਜਾਂ ਕੁਛ ਐਦਾਂ ਦੀ ਚੀਜ਼। ਸੋ ਮੇਰਾ ਪੁਆਇੰਟ ਤੁਹਾਡੇ ਅੱਗੇ ਹੈ ਕਿ ਆਉਣ ਵਾਲੀ ਪੀੜ੍ਹੀਆਂ ਲਈ ਰਾਹ ਸੁਖਾਲੇ ਹੋਣ, ਇਹ ਗੱਲ ਨੂੰ ਤੈਅ ਇੱਕ ਵਧੀਆ ਢੰਗ ਦੇ ਨਾਲ ਕਰ ਲਿਆ ਜਾਵੇ, ਨੌਨ ਹੌਸਟਾਈਲ ਮੈਨਰ ਦੇ ਵਿੱਚ। ਇਹ ਜਿਹੜਾ ਨਾ, ਮੈਂ ਤੈਨੂੰ ਇੱਥੇ ਜੌਨ ਰੋਸੀਓ ਨੇ 2 ਲਾਈਨਾਂ ਲਿਖੀਆਂ ਸੀਗੀਆਂ ਕਿ ਆਈ ਪ੍ਰੈਫਰ ਲਿਬਰਟੀ ਵਿਦ ਡੇਂਜਰ ਦੈਨ ਪੀਸ ਵਿਦ ਸਲੇਵਰੀ। ਮੇਰੀ ਇਹ ਬਰਤਾਂਤ ਆ ਵੀ ਦੁੱਖ ਵੀ ਝੱਲਾਂਗੇ, ਤਕਲੀਫ ਵੀ ਝੱਲਾਂਗੇ, ਪਰ ਇੱਦਾਂ ਦੀ ਸਾਨੂੰ ਪੀਸ ਨਹੀਂ ਚਾਹੀਦੇ ਜਿੱਥੇ ਸਾਨੂੰ ਬਾਰ-ਬਾਰ ਇੱਕ ਮਤਲਬ ਕਿ ਸੈਕੰਡ ਪੱਧਰ ਦੇ ਸਿਟੀਜ਼ਨ ਦੱਸਿਆ ਜਾਵੇ ਤੇ ਸਾਡੇ ਕਤਲੇਆਮਾਂ ਨੂੰ ਇਹ ਇੱਕ ਇਸ ਤਰ੍ਹਾਂ ਦੀਆਂ ਈਵੈਂਟਸ ਦੱਸਣ ਕਿ ਉਹ ਤਾਂ ਜੀ ਦੰਗੇ ਸੀ, ਉਹ ਤਾਂ ਇੱਕ ਆਪਰੇਸ਼ਨ ਬਲੂ ਸਟਾਰ ਸੀਗਾ। ਇਹ ਜਿਹੜੀਆਂ ਟਰਮਨੋਲੋਜੀਜ਼ ਜਿਹੜੀਆਂ ਕਿ ਰਿਪੀਟਡਲੀ ਨਰੇਟ ਕੀਤੀਆਂ ਜਾ ਰਹੀਆਂ ਥਰੂ ਮੀਡੀਆ, ਥਰੂ ਪੀਪਲਸ ਔਰ ਪੀਪਲ ਇਨ ਪਾਵਰ, क्योंकि इत्थे जड़ा बरतांत है ना, उसी का शहर, वही मुद्दे, वही मदई, हमें यकीन है हमारा ही कसूर निकलेगा। इत्थे आ बरतांत, क्योंकि उही मुद्दे ने, उही मदई ने, इन्हां दा एंड रिजल्ट है कि कसूर भी साडा, जुल्म भी साडे ते होए ते जालम भी असी कहलाएगे, क्योंकि साडे लोग, साडी लीडरशिप ने जिस तरह का रोल प्ले किया उस दे नाल इस तरह दी टर्मिनोलॉजी सगों होर डूंघियां हुई, क्योंकि उन्होंने लम्मा चिर इस दखांत दे उत्ते पंजाब विच राज किया, राज सत्ता भोगी। एक परिवार ने सारा जिहड़ा सिख इंस्टीट्यूशनस ने अपने अंडर कंट्रोल कर ली, पर तां भी उन्होंने जिहड़ी उन्हां कोल इन्नी अनलिमिटेड पावर आई, उस वेले भी वो इस जिहड़ियां सिंपलिस्टिक करैक्शन हो सकदियां सी, करैक्टिव मेजर्स लए जा सकते सी। मैं 2013 ਦੇ ਵਿੱਚ भी ਸੁਖਬੀਰ ਬਾਦਲ ਜਦੋਂ डिप्टी चीफ मिनिस्टर सी ते प्रेजिडेंट सी अकाली दल दा, मैं उदों भी दिल्ली इन्हां ने मैनूं बुलाया सी, मैं इहदे घर 'ਚ इहदे नाल दे होर कलीग्स भी बैठे सी। मैं उदों भी गल उठाई सी कि मेरा नैशनल मैगजीन ओपन दे विच इंग्लिश आर्टिकल लग्या हैगा कि जिहड़ी आह 1984 दी पीड़ हैगी, इहदे बारे लेट्स फाइल ए रिट पटिशन इन सुप्रीम कोर्ट, ਉਹਦੇ ਵਿੱਚ ਕਲੈਕਟਿਵਲੀ ਇਹ ਇਸ਼ੂ ਰੇਜ਼ ਕਰੀਏ ਕਿ ਇੱਥੇ ਸਾਨੂੰ ਇੰਡੀਵਿਜੂਅਲਿਟੀਜ਼ ਨਾਲ ਕੋਈ ਲੈਣਾ ਦੇਣਾ ਨਹੀਂ। ਇਹ ਸਾਨੂੰ ਜਿਹੜੀ ਸੋਚ ਜਿੱਥੋਂ ਓਰੀਜੀਨੇਟ ਹੋਈ ਆ ਕਾਂਗਰਸ ਪਾਰਟੀ ਤੋਂ ਤੇ ਉਹਨਾਂ ਦੀ ਲੀਡਰਸ਼ਿਪ ਤੋਂ, ਉਹਨਾਂ ਨੂੰ ਕਟਹਿਰੇ ਵਿੱਚ ਲਿਆਈਏ ਤੇ ਉਸ ਪਟੀਸ਼ਨ ਦੇ ਰਾਹੀਂ ਆਪਾਂ ਇਲੈਕਸ਼ਨ ਕਮਿਸ਼ਨ ਕੋਲੇ ਦਰਖਾਸਤ ਦਈਏ ਤਾਂ ਕਿ ਇਸ ਤਰ੍ਹਾਂ ਦੀ ਸੋਚ ਵਾਲੀ ਪਾਰਟੀ ਨੂੰ ਇੰਡੀਆ ਦੇ ਇਲੈਕਟੋਰਲ ਪ੍ਰੋਸੈਸ ਤੋਂ ਬਾਹਰ ਕੱਢਿਆ ਜਾਵੇ। ਜਿਹੜੀ ਪਾਰਟੀ ਇਸ ਤਰ੍ਹਾਂ ਦੀ ਸੋਚ ਰੱਖਦੀ ਆ, ਉਹ ਜਿਹੜੀ ਪਾਰਟੀ ਅੱਜ ਵੀ ਉਹਨਾਂ ਚਿਹਰਿਆਂ ਨੂੰ ਪ੍ਰਫੁੱਲਤਾ ਦੇ ਨਾਲ ਸਿਗਨੀਫੀਕੈਂਟ ਪੋਜੀਸ਼ਨਸ ਦਿੰਦੀ ਆ, ਜਿਸ ਤਰ੍ਹਾਂ ਕਿ ਜਗਦੀਸ਼ ਟਾਈਟਲਰ ਨੂੰ ਇਹ ਬਾਰ-ਬਾਰ ਅੱਗੇ ਲਿਆ ਕੇ ਬਿਠਾ ਰਹੇ ਨੇ। ਉਸੇ ਤਰ੍ਹਾਂ ਜਿਹੜੀ ਜਿਸ ਤਰ੍ਹਾਂ ਤੂੰ ਕੱਲ ਦੇਖਿਆ ਹੋਣਾ ਕਿ ਇੱਕ ਪੱਤਰਕਾਰ ਹਮਦਰਦ ਦੀ ਹਮਾਇਤ ਵਿੱਚ ਕਿਸ ਤਰ੍ਹਾਂ ਅਕ੍ਰੋਸ ਪਾਰਟੀ ਲਾਈਨਸ ਸਾਰੀ ਆਪੋਜੀਸ਼ਨ ਲੀਡਰ ਜਲੰਧਰ ਇਕੱਠੀ ਹੋਈ ਸੀ। ਕਦੀ ਤੁਸੀਂ ਇਹਨਾਂ ਨੂੰ ਪੰਜਾਬ ਦੇ ਕਿਸੇ ਹੋਰ ਇਸ਼ੂਜ਼ ਬਾਰੇ ਕਦੀ ਇਕੱਠੇ ਹੁੰਦੇ ਦੇਖਿਆ? ਹਾਂ, ਜਦੋਂ ਇਲੈਕਸ਼ਨਸ ਲੜਨੀਆਂ ਹੁੰਦੀਆਂ ਖਾਸ ਕਰ ਅਕਾਲੀ ਦਲ ਨੇ, ਉਦੋਂ ਜ਼ਰੂਰ ਸਿੱਖ ਮੁੱਦਿਆਂ ਨੂੰ ਉਠਾਇਆ ਜਾਂਦਾ, 84 ਦੇ ਦਿਖਾਂਤ ਨੂੰ ਐਜ਼ ਏ ਸ਼ੀਲਡ ਵਜੋਂ ਵਰਤਿਆ ਜਾਂਦਾ। ਜਦੋਂ ਤੁਸੀਂ ਉਹਨਾਂ ਨੂੰ ਮਿਲਣ ਗਏ, ਕੋਈ ਸੁਖਬੀਰ ਬਾਦਲ ਜੀ ਦਾ ਰਿਸਪੌਂਸ ਕੀ ਸੀ? ਹੀ ਸੈਡ ਕਿ ਮੈਨੂੰ ਅੰਡਰਸਟੈਂਡ ਨਹੀਂ ਕਰ ਰਿਹਾ, ਮੈਨੂੰ ਟਾਈਮ ਦੇ, ਪਰ ਟਾਈਮ ਇਹਨਾਂ ਨੇ ਕਦੀ ਲਿਆ ਹੀ ਨਹੀਂ। ਇਹਨਾਂ ਨੇ ਕਦੀ ਇਸ ਬਾਰੇ ਮੁੜ ਕੇ ਮੇਰੇ ਨਾਲ ਗੱਲ ਵੀ ਨਹੀਂ ਕਰਨੀ ਚਾਹੀਦੀ। ਅੱਗੇ ਰਸਤਾ ਕੀ ਹੈ? ਜਿਹੜੀ ਬਾਰ-ਬਾਰ ਜੋ ਮੇਰਾ ਕੰਸਰਨ ਇਹਦੇ ਵਿੱਚ ਮੈਂ ਆਪਣੇ ਸਵਾਲ ਦੇ ਵਿੱਚ ਰੱਖਿਆ ਕਿ ਸਾਡਾ ਕੱਲ੍ਹ ਨੂੰ ਹੋਰ ਨੌਜਵਾਨ ਵੀ ਐਵੇਂ ਗਲੀਆਂ ਨੁੱਕੜਾਂ ਦੇ ਵਿੱਚ ਐਵੇਂ
ਹਰ ਇੱਕ ਨੂੰ ਕਨਫਰੰਟ ਕਰਕੇ ਕਹਿਣਗੇ ਵੀ ਨਹੀਂ ਦੰਗੇ ਨਾ ਲਿਖੋ, ਦੰਗੇ ਨਾ ਕਹੋ, ਗੱਲ ਵੱਧ ਸਕਦੀ ਆ। ਆਪਾਂ ਇੱਕ ਜਿਹੜਾ ਵੱਡਾ ਫਾਰਮਲ ਰਾਸਤਾ ਹੈ ਜਿਸ ਤੋਂ ਆਪਾਂ ਇੱਕ ਫਾਰਮਲੀ ਡਿਕਲੇਅਰ ਕਰਵਾ ਸਕਦੇ ਹਾਂ, ਮਤੇ ਪਵਾ ਸਕਦੇ ਹਾਂ, ਉਹ ਰਾਸਤਾ ਕਿਹੜਾ ਹੋਵੇ? ਐਗਜ਼ੈਕਟਿਵ ਦਾ, ਲੈਜਿਸਲੇਚਰ ਦਾ, ਜੁਡੀਸ਼ਰੀ ਦਾ, ਕਿਹੜਾ ਰਾਸਤਾ ਆ? ਕਿਵੇਂ ਜਾਇਆ ਜਾ ਸਕਦਾ ਅੱਗੇ? ਨਹੀਂ, ਆਹ ਜਿਹੜੀ ਰਿਟ ਹੈਗੀ ਇਹ ਤਾਂ ਅੱਜ ਵੀ ਫਾਈਲ ਹੋ ਸਕਦੀ, ਇੰਟਰਨੈਸ਼ਨਲ ਕ੍ਰਿਮੀਨਲ ਕੋਰਟ 'ਚ ਵੀ ਹੋ ਸਕਦੀ, ਉੱਥੇ ਇੰਡੀਵਿਜੂਅਲਸ ਦੇ ਨਾਲ ਵੀ ਜਿੱਥੇ ਕਿਤੇ ਜ਼ਿਆਦਤੀ ਹੋਈ ਆ। ਤੁਸੀਂ ਦੇਖੋ ਅਲ ਜਜ਼ੀਰਾ ਦੀ ਜਰਨਲਿਸਟ ਔਨ ਡਿਊਟੀ ਇਜ਼ਰਾਈਲੀ ਆਰਮਡ ਫੋਰਸਿਸ ਨੇ ਮਾਰਤੀ ਸੀ ਕੁਝ ਮਹੀਨੇ ਪਹਿਲੇ। ਅਲ ਜਜ਼ੀਰਾ ਇੱਕ ਇੰਟਰਨੈਸ਼ਨਲ ਚੈਨਲ ਆ, ਉਹਨਾਂ ਨੇ ਸਾਰੀਆਂ ਗਵਰਨਮੈਂਟਸ ਨੂੰ ਅਪਰੋਚ ਕੀਤਾ ਕਿਉਂਕਿ ਦੈਟ ਲੇਡੀ ਵਾਜ਼ ਸ਼ਰੀਨ ਜਿਹੜੀ ਸੀ ਉਹ ਪੈਲਸਟੀਨੀਅਨ ਓਰੀਜਨ ਦੀ ਸੀ, ਪਰ ਸ਼ੀ ਇਜ਼ US ਸਿਟੀਜ਼ਨ। ਉਹਨਾਂ ਨੇ ਫਿਰ ਅਲਟੀਮੇਟਲੀ ਹੁਣ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਵਿੱਚ ਦਰਖਾਸਤ ਦਿੱਤੀ ਆ, ਉਹ ਦਰਖਾਸਤ ਅਸੈਪਟ ਹੋ ਗਈ ਹੋਈ ਆ ਤੇ ਇਜ਼ਰਾਈਲੀ ਗਵਰਨਮੈਂਟ ਨੂੰ ਨੋਟਿਸ ਵੀ ਚਲੇ ਗਏ ਨੇ। ਇਸੇ ਤਰ੍ਹਾਂ ਤੁਸੀਂ ਦੇਖੋ ਜਿਹੜਾ ਕਿ ਰਸ਼ੀਆ ਦਾ ਪ੍ਰੈਜ਼ੀਡੈਂਟ ਆ ਪੁਟਿਨ, ਉਹਨੂੰ ਵੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਬਿਕੋਜ਼ ਆਫ ਹਿਸ ਵਾਰ ਕ੍ਰਾਈਮਸ ਇਨ ਯੂਕਰੇਨ ਉਹਨੇ ਬਾਵੇ ਵਾਰੰਟ ਕੱਢੇ ਹੋਏ ਨੇ ਉਹਦੀ ਅਰੈਸਟ ਲਈ। ਤੇ ਹੁਣ ਉਹਨੇ ਸਾਊਥ ਅਫਰੀਕਾ ਜਾਣਾ ਹੈਗਾ, ਸਾਊਥ ਅਫਰੀਕਾ ਬ੍ਰਿਕਸ ਦੀ ਮੀਟਿੰਗ ਹੈਗੀ ਅਗਸਤ ਦੇ ਵਿੱਚ। ਉੱਥੇ ਹੁਣ ਸਾਊਥ ਅਫਰੀਕਾ ਦੀ ਗਵਰਨਮੈਂਟ ਲਈ ਬੜਾ ਵੱਡਾ ਡਿਲੇਮਾ ਬਣਿਆ ਹੈ ਬਿਕੋਜ਼ ਦੇ ਆਰ ਸਿਗਨੇਟਰੀਜ਼ ਐਂਡ ਮੈਂਬਰਸ ਆਫ ਦਾ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ, ਸੋ ਦੇ ਆਰ ਡਿਊਟੀ ਬਾਉਂਡ ਕਿ ਜੇ ਉੱਥੇ ਮਿਸਟਰ ਪੁਟਿਨ ਜਾਂਦੇ ਨੇ, ਪ੍ਰੈਜ਼ੀਡੈਂਟ ਪੁਟਿਨ, ਸੋ ਦੇ ਹੈਵ ਟੂ ਅਰੈਸਟ ਹਿਮ। ਸੋ ਹੁਣ ਇਸ ਬਾਰੇ ਉਹਨਾਂ ਦੇ ਉੱਥੇ ਗੱਲਬਾਤ ਡਿਲੀਬਰੇਸ਼ਨਸ ਚੱਲ ਰਹੀਆਂ ਨੇ। ਪਹਿਲੇ ਉਹਨਾਂ ਨੇ ਕਿਹਾ ਸੀ ਵੀ ਅਸੀਂ ਨਹੀਂ ਅਰੈਸਟ ਕਰਾਂਗੇ, ਪਰ ਉਹਨਾਂ ਨੂੰ ਹੁਣ ਦੁਬਾਰਾ ਗਾਈਡਲਾਈਨਸ ਇਸ਼ੂ ਹੋਈਆਂ ਨੇ ਕਿ ਯੂ ਆਰ ਡਿਊਟੀ ਬਾਉਂਡ ਐਜ਼ ਪਰ ਦਾ ਗਾਈਡਲਾਈਨਸ ਆਫ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ, ਕਿ ਤੁਹਾਨੂੰ ਇੱਥੇ ਆਉਂਦਾ ਤਾਂ ਤੁਹਾਨੂੰ ਅਰੈਸਟ ਕਰਨਾ ਪਊਗਾ। ਜੀ, ਜਿਹੜਾ ਤੁਸੀਂ ਰਿਟ ਪਟੀਸ਼ਨ ਦਾ ਮੇਅਰ ਦੱਸਿਆ ਕਿ ਰਿਟ ਪਟੀਸ਼ਨ ਅੱਜ ਵੀ ਪਾਈ ਜਾ ਸਕਦੀ ਹੈ, ਤਾਂ ਉਹਦੇ ਵੱਲ ਤੁਸੀਂ ਕਿਉਂ ਨਹੀਂ ਮੂਵ ਹੁੰਦੇ ਸਰ? ਤੁਹਾਡੇ ਨਾਲ ਇੱਕ ਤਰ੍ਹਾਂ ਦੇ ਨਾਲ ਮੈਂ ਦੇਖਿਆ, ਆਬਜ਼ਰਵ ਕੀਤਾ ਕਿ ਬਹੁਤ ਲੋਕ ਤੁਹਾਨੂੰ ਮਿਲਣ ਲਈ ਆਉਂਦੇ ਨੇ, ਤੁਹਾਨੂੰ ਕਈ ਕਾਲਸ ਆਉਂਦੀਆਂ। ਮੈਂ ਕੋਸ਼ਿਸ਼ ਕਰ ਰਿਹਾ, ਪਰ ਅਸੀਂ ਇੰਡੀਵਿਜੂਅਲ ਨਹੀਂ ਪਾ ਸਕਦੇ। ਉਸ ਲੇਡੀ ਜਰਨਲਿਸਟ ਦੇ ਮਗਰ ਅਲ ਜਜ਼ੀਰਾ ਆਰਗੇਨਾਈਜੇਸ਼ਨ, ਅਲ ਜਜ਼ੀਰੇ ਨੂੰ ਇੱਕ ਅਮੀਰ ਚਲਾ ਰਿਹਾ ਕਤਰ ਦਾ, ਜਿਹੜੇ ਕਿ ਉੱਥੋਂ ਦੇ ਰੂਲਰ ਨੇ। ਕਿਉਂਕਿ ਸਾਡੇ ਕੋਲੇ ਨਾ ਤਾਂ ਕੋਈ ਅਲ ਜਜ਼ੀਰਾ ਚੈਨਲ ਆ, ਨਾ ਹੁਣ ਵੀ ਤੁਸੀਂ ਦੇਖਿਆ ਹੋਣਾ SGPC ਦੇ ਪ੍ਰੈਜ਼ੀਡੈਂਟ ਟੈਂਡਰ ਮੰਗ ਰਹੇ ਨੇ ਮੀਡੀਆ ਕੰਪਨੀਆਂ ਤੋਂ, ਤਾਂ ਕਿ ਉਹ ਟੈਂਡਰ ਲਾਉਣ ਤੇ ਤਾਂ ਕਿ ਜਿਹੜੀ ਗੁਰਬਾਣੀ ਨੂੰ ਮੋਨੇਟਾਈਜੇਸ਼ਨ ਕਰਕੇ ਦੁਬਾਰਾ ਵੇਚਿਆ ਜਾਵੇ। ਜਿਸ ਕਰਕੇ ਅਸੀਂ ਸਵਾਲ ਕਰ ਰਹੇ ਹਾਂ। ਮੈਂ ਉਦੋਂ ਜਿੱਥੇ ਬੋਲਿਆ ਸੀ ਨਕੋਦਰ ਦੇ ਪਿੰਡ ਸਰੀ ਦੇ ਵਿੱਚ, ਉੱਥੇ SGPC ਦੇ ਪ੍ਰੈਜ਼ੀਡੈਂਟ ਵੀ ਬੈਠੇ ਸੀ, ਮੈਂ ਉੱਥੇ ਵੀ ਇਹ ਮੁੱਦਾ ਉਠਾਇਆ ਸੀ। ਮੈਂ ਤਾਂ ਕਹਿ ਹੀ ਸਕਦਾ ਨਾ, ਮੇਰੇ ਕੋਲ ਕੋਈ ਪਾਵਰ ਤਾਂ ਹੈ ਨਹੀਂ ਗੀ ਕਿ ਤੁਸੀਂ ਆਪਣੇ ਚੈਨਲਾਂ ਕੋਲੇ ਆਪਣੀ ਗੁਰਬਾਣੀ ਵੇਚੋ ਨਾ। ਆਪਣਾ ਸਿੱਖ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਆਪਣੀ ਬਣਾਓ, ਜਿਹੜੀ ਆਜ਼ਾਦ ਕਾਰਪੋਰੇਸ਼ਨ ਹੋਵੇ, ਜਿਹੜੀ ਕਿ ਗੁਰਬਾਣੀ ਦਾ ਪ੍ਰਸਾਰਣ ਵੀ ਕਰੇ, ਨਾਲ ਨਾਲ ਆਪਣੀ ਇੰਟਰਨੈਸ਼ਨਲ ਨਿਊਜ਼ ਤੇ ਨੈਸ਼ਨਲ ਨਿਊਜ਼ ਦੇ ਵਿੱਚ ਵੀ ਸਿੱਖ ਪਰਸਪੈਕਟਿਵ ਨੂੰ ਅੱਗੇ ਤੋਰਿਆ ਜਾ ਸਕੇ, ਤਾਂ ਕਿ ਇਹ ਬਾਰ-ਬਾਰ ਜਥੇਦਾਰ ਅਕਾਲ ਤਖਤ ਨੂੰ ਪ੍ਰੈਸ ਵਾਲਿਆਂ ਨਾਲ ਮੀਟਿੰਗਾਂ ਨਾ ਕਰਨੀਆਂ ਪੈਣ ਕਿ ਸਾਡੇ ਅਕਸ਼ ਨੂੰ, ਸਾਡੀ ਇਮੇਜ ਨੂੰ ਖਰਾਬ ਨਾ ਕਰੋ। ਜੇ ਤੁਹਾਡੇ ਕੋਲੇ ਆਪਣੀ 100 ਸਾਲ ਦੇ ਵਿੱਚ ਆਪਣੀ ਪ੍ਰੈਸ ਨਹੀਂ ਅਸੀਂ ਖੜੀ ਕਰ ਸਕੇ, ਇਹਦੇ ਮਗਰ ਵੀ ਬਹੁਤ ਵੱਡੇ ਇਕਨੋਮਿਕ ਤੇ ਸੈਲਫ ਇੰਟਰਸਟ ਦੇ ਮੁੱਦੇ ਖੜੇ ਆ। ਇੱਥੇ ਨਾ ਹਰ ਤਰਫ ਮਨਵੀਰ, ਹਰ ਤਰਫ ਇੱਕ ਬੇਬਸੀ ਆ, ਹਰ ਤਰਫ एक सोग सा है। जिंदगी की हर खुशी अब मौत से थरा रही है, क्योंकि ये हुण ये डरदे ने इशू उठाउण लई। तुसीं देख लो पिछले दिनां तो कितनी बुरी तरह अकाली दल की लीडरशिप समुची इस तरले दे विच आ कि सानू दुबारा BJP दे फोल्ड विच चले जाना चाहिए। जबकि मैं हुण जिहड़ी लास्ट स्पीच सरी पिंड च दित्ती सी, जिथे कि काफ़ी पद्धर दे विच अकाली लीडरशिप बैठी सी, मैं उत्थे इन्हां नूं उत्थे भी कहा सी कि जे तुसीं दुबारा नीला रंग छड्ड के साडा जिहड़ा निशानी दा रंग हैगा गुरु साहब दा दित्ती हुई निशानी दा सानू नीला रंग सीगा, भगवा रंग नहीं सीगा। ਤੁਸੀਂ ਹੁਣ ਦੁਬਾਰਾ ਭਗਵੇਂ ਰੰਗ ਦੇ ਵਿੱਚ ਨਾ ਜਾਓ। ਪਰ ਉਸ ਦੇ ਬਾਵਜੂਦ ਜਦੋਂ ਹੁਣ ਇੰਡੀਅਨ ਪਾਰਲੀਮੈਂਟ ਦੇ ਵਿੱਚ ਸੰਗੋਲ ਨੂੰ ਲਿਆਂਦਾ ਗਿਆ, ਇੰਡੀਅਨ ਪਾਰਲੀਮੈਂਟ ਇਜ਼ ਨਾਟ ਏ ਟੈਂਪਲ, ਇਟ ਇਜ਼ ਏ ਹਾਊਸ ਆਫ ਡੈਮੋਕ੍ਰੇਸੀ।
ਉੱਥੇ ਕਦੀ ਵੀ ਇਸ ਤਰ੍ਹਾਂ ਦੇ ਡਿਵਿਨਿਟੀ ਨਾਲ ਜੁੜੇ ਹੋਏ ਸਿੰਬਲਾਂ ਦੀ ਪੂਜਾ ਨਹੀਂ ਹੋ ਸਕਦੀ, ਨਾ ਉਹਨਾਂ ਨੂੰ ਪ੍ਰਮੁਖਤਾ ਦਿੱਤੀ ਜਾ ਸਕਦੀ ਹੈ। Because India, as per the constitution, is for the people, by the people, with the will of the people, not with the religion, for the religion, by the religion. ਪਰ ਉੱਥੇ ਵੀ ਸੁਖਬੀਰ ਬਾਦਲ ਹੁਣਾਂ ਨੇ ਪਾਰਟਿਸਿਪੇਸ਼ਨ ਕੀਤਾ, ਜਦ ਕਿ ਬਾਕੀ ਸਾਰੀ ਆਪੋਜੀਸ਼ਨ ਪਾਰਟੀਆਂ ਜਿਹੜੀਆਂ ਸੀ ਉਹਦੀ ਆਪੋਜੀਸ਼ਨ ਦੇ ਵਿੱਚ ਬਾਇਕਾਟ ਕੀਤਾ। ਜੀ, ਕਾਫੀ ਵੱਡੀ ਤਾਦਾਦ ਦੇ ਵਿੱਚ ਆਪੋਜੀਸ਼ਨ ਪਾਰਟੀਆਂ ਨੇ ਬਾਈਕਾਟ ਕੀਤਾ, ਪਰ ਸਾਰੇ ਦਾ ਸਾਰਾ ਮਸਲਾ ਜਿਹੜਾ ਪਾਰਲੀਮੈਂਟ ਦੀ ਇਨੋਗ੍ਰੇਸ਼ਨ ਦਾ ਉਹ ਸੰਗੋਲ ਦੇ ਅਰਾਊਂਡ ਹੀ ਘੁੰਮੀ ਜਾ ਰਿਹਾ ਹੈ ਕਿ ਸੰਗੋਲ ਇੱਕ ਬਹੁਤ ਹੀ ਵੱਡੀ ਚੀਜ਼ ਬਣ ਗਈ। ਬਟ ਹਿਸਟੋਰੀਕਲੀ ਅਗਰ ਆਪਾਂ ਦੇਖੀਏ ਤਾਂ ਆਪਣੇ ਕੋਲ ਹਜੇ ਸਹੀ ਡਾਟਾ, ਸਹੀ ਇਨਫੋਰਮੇਸ਼ਨ ਸੰਗੋਲ ਦੇ ਨਾਲ ਜੁੜੀ ਹੋਈ ਅਵੇਲੇਬਲ ਹੀ ਨਹੀਂ ਹੈ। ਸਾਡੇ ਹਿਸਟੋਰੀਅਨਸ ਲਈ ਵੀ ਬਹੁਤ ਵੱਡਾ ਸਵਾਲ ਹੈ ਕਿ ਬਹੁਤ ਗੂਗਲ ਸਰਚ ਕਰਨ ਤੋਂ ਬਾਅਦ ਵੀ, ਬਹੁਤ ਲੋਕਾਂ ਤੋਂ ਪੁੱਛਣ ਤੋਂ ਬਾਅਦ ਵੀ ਵੱਡੇ ਹਿਸਟੋਰੀਅਨ ਵੀ ਕਹਿੰਦੇ ਨੇ ਕਿ ਇਹਦੇ ਤੇ ਡਾਟਾ ਅਵੇਲੇਬਲ ਨਹੀਂ ਹੈਗਾ। ਸੋ ਵਾਟ ਇਟ ਰਿਪਰੈਜ਼ੈਂਟਸ, ਇਹ ਤੁਹਾਨੂੰ ਕੀ ਲੱਗਦਾ ਹੈ ਕਿ ਮੋਦੀ ਸਾਹਿਬ ਨੇ ਜੋ ਇਸ ਸੰਗੋਲ ਨੂੰ ਉੱਥੇ ਸਥਾਪਿਤ ਕੀਤਾ ਹੈ, ਕਿ ਇਹ ਲੋਕ ਸਭਾ ਦੀ ਲੋਕ ਸਭਾ ਸਪੀਕਰ ਦੀ ਚੇਅਰ ਨੂੰ ਪਾਵਰ ਦਿੱਤੀ ਹੈ ਐਡੀ ਵੱਡੀ, ਜਾਂ ਕੀ ਸਿੰਬੋਲਿਕ ਇਹਦਾ ਕੀ ਤੁਹਾਨੂੰ ਲੱਗਦਾ ਇੰਟੈਂਸ਼ਨ ਹੈ? ਸੰਗੋਲ ਜਿਹੜਾ ਹੈਗਾ ਨਾ ਇੱਕ ਰਿਲੀਜੀਅਸ ਸਿੰਬਲ ਆ ਫਰੋਮ ਸਾਊਥ ਇੰਡੀਆ, ਜਿਹੜਾ ਕਿ ਇਹ ਦਰਸਾਉਂਦਾ ਹੈਗਾ ਕਿ ਇੱਕ ਡਿਵਾਈਨ ਪਾਵਰ ਨੇ ਪੈਰਾਡਾਈਸ ਦੇ ਵਿੱਚੋਂ ਇੱਕ ਆਪਣੇ ਵੱਲੋਂ ਇੱਕ ਸਿੰਬਲ ਦਿੱਤਾ ਸੀਗਾ ਇੱਥੋਂ ਦੇ ਕਿੰਗ ਨੂੰ ਕਿ ਤੂੰ ਰੂਲ ਕਰ ਆਪਣੇ ਪੀਪਲਸ ਤੇ ਵਿਦ ਦਾ ਵਿਲ ਐਂਡ ਦਾ ਬਲੈਸਿੰਗਸ ਆਫ ਦਾ ਗੋਡ ਐਜ਼ ਦਾ ਰੈਪਰੈਜ਼ੈਂਟੇਟਿਵ ਆਫ ਦਾ ਗੋਡ। ਜਦੋਂ ਜਿਸ ਚੀਜ਼ ਨੂੰ ਇਹ ਜਵਾਹਰ ਲਾਲ ਨਹਿਰੂ ਨਾਲ ਜੋੜ ਰਿਹਾ, ਜਵਾਹਰ ਲਾਲ ਨਹਿਰੂ ਵਾਜ਼ ਅ ਸੈਕੂਲਰ ਡੈਮੋਕ੍ਰੈਟ ਪਰਸਨ, ਜਦੋਂ ਉਹ ਬ੍ਰਿਟਿਸ਼ ਦੇ ਨਾਲ ਜੋੜਦੇ ਨੇ, ਬ੍ਰਿਟਿਸ਼ ਪਾਰਲੀਮੈਂਟ ਨੇ ਜਿਹੜਾ ਰੈਜ਼ੋਲੂਸ਼ਨ ਪਾਸ ਕੀਤਾ ਸੀਗਾ 1947 ਦੀ ਜੁਲਾਈ ਦੇ ਵਿੱਚ, ਉਹ ਬ੍ਰਿਟਿਸ਼ ਪਾਰਲੀਮੈਂਟ ਨੇ ਰੈਜ਼ੋਲੂਸ਼ਨ ਪਾਸ ਕੀਤਾ ਸੀ ਤਾਂ ਕਿ ਜਿਹੜੀ ਟ੍ਰਾਂਸਫਰ ਆਫ ਪਾਵਰ ਜਿਹੜੀ ਹੈਗੀ ਆ ਫਰੋਮ ਬ੍ਰਿਟਿਸ਼ ਪਾਰਲੀਮੈਂਟ ਟੂ ਇੰਡੀਆ ਦੇ ਜਿਹੜੇ 2 ਡੋਮੀਨੀਅਨਸ ਬਣੀਆਂ ਸੀ ਇੰਡੀਆ ਤੇ ਪਾਕਿਸਤਾਨ, ਉਹਨਾਂ ਨੇ ਪਾਵਰ ਜਿਹੜੀ ਸੀ ਟ੍ਰਾਂਸਫਰ ਕੀਤੀ ਸੀ, ਨਾ ਕਿ ਕੋਈ ਉਹਨਾਂ ਨੇ ਨਹਿਰੂ ਨੂੰ ਸੰਗੋਲ ਫੜਾਇਆ ਸੀ ਤੇ ਨਾ ਉਹ ਫੜਾ ਸਕਦੇ ਸੀ। ਬਿਕੋਜ਼ ਬ੍ਰਿਟਿਸ਼ ਇਜ਼ ਨਾਟ ਏ ਡਿਵਾਈਨ ਪਾਵਰ ਵਿਚ ਇਜ਼ ਰੂਲਿੰਗ ਬ੍ਰਿਟੇਨ। ਉੱਥੋਂ ਦੀ ਜਿਹੜੀ ਕੁਈਨ ਵੀ ਆ, ਠੀਕ ਆ, ਸ਼ੀ ਇਜ਼ ਹੈਡ, ਜਿਹੜਾ ਹੁਣ ਕਿੰਗ ਆ, ਹੀ ਹੈਡ ਆਫ ਦਾ ਚਰਚ ਆਫ ਇੰਗਲੈਂਡ, ਬਟ ਪਾਵਰ ਉੱਥੇ ਅਲਟੀਮੇਟ ਹੈਗੀ ਪ੍ਰਾਈਮ ਮਿਨਿਸਟਰ ਆਫ ਬ੍ਰਿਟੇਨ ਕੋਲੇ, who is elected by the will of the people and by the people for the people. And Indian parliament too is not a temple or a religious place where you can worship anything. It is a house where the governance has to be debated and prime minister is elected by the people, not by a divine force. ਕਿਉਂਕਿ ਇਹ ਵਰਤਾਰਾ ਜਿਹੜਾ ਸੀ ਯੂਰਪ ਵਿੱਚ ਪੈਦਾ ਹੋਇਆ ਸੀ, ਇਸ ਤਰ੍ਹਾਂ ਦਾ ਵਰਤਾਰਾ ਉਹ ਮੀਡੀਵੀਅਲ ਟਾਈਮਸ ਤੋਂ ਚੱਲਦਾ ਆਇਆ ਕਿ ਜਿਹੜਾ ਕਿੰਗ ਹੁੰਦਾ ਸੀ ਕਿਸੇ ਵੀ ਸਟੇਟ ਦਾ, ਉਹਨੂੰ ਇਹ ਕਿਹਾ ਜਾਂਦਾ ਸੀ ਕਿ ਇਹ ਸਨ ਆਫ ਗੋਡ ਆ, ਗੋਡ ਵੱਲੋਂ ਹੀ ਇੱਥੇ ਰੂਲ ਕਰ ਰਿਹਾ, ਇਹ ਉਹਦਾ ਰੈਪਰੈਜ਼ੈਂਟੇਟਿਵ ਆ, ਇਹਦੀ ਵਿਲ ਤੇ ਆ ਵੀ ਇਹਨੇ ਕਿੰਨੀ ਜਗ੍ਹਾ ਮੱਲਣੀ ਆ, ਕਿੱਥੇ ਕਿੱਥੇ ਜਾ ਕੇ ਜਗ੍ਹਾ ਨੱਪਣੀ ਆ ਤੇ ਕਿਸ ਤਰ੍ਹਾਂ rule karna, and he or she was not answerable to the people he was ruling upon. ਇਹ ਵਰਤਾਰਾ 1651 ਤੱਕ ਚੱਲਦਾ ਰਿਹਾ ਯੂਰਪ ਦੇ ਵਿੱਚ, ਮਾਡਰਨ ਐਰਾ ਦੇ ਵਿੱਚ ਵੀ। ਪਰ ਉਦੋਂ ਇੱਕ ਫਿਲਾਸਫਰ ਉੱਠਿਆ ਥਾਮਸ ਹੌਬਸ, ਉਹਨੇ ਇਸ ਚੀਜ਼ ਨੂੰ ਚੈਲੰਜ ਕੀਤਾ ਸੀਗਾ। ਉਹਨੇ ਕਿਹਾ ਸੀ ਕੁਐਸਚਨ ਕਿ ਵਾਈ ਸ਼ੁੱਡ ਪੀਪਲ ਅਬੇ ਦਾ ਕਿੰਗ। ਉਸੇ ਨੇ ਹਿਜ਼ ਲੈਵੈਂਥੀਅਨ ਮੀਨਸ ਕਿ ਇਹਨੇ ਸਿੰਬਲਾਈਜ਼ ਕੀਤਾ ਸੀ ਕਿ ਜਿਹੜੀ ਇਸ ਤਰ੍ਹਾਂ ਦੀ ਕੈਟਾਪਲਟੇਸ਼ਨ ਹੈਗੀ ਆ, ਜਿਸ ਤਰ੍ਹਾਂ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਕੀਤੀ ਆ, ਇਹ ਹੁੰਦਾ ਫੋਰਸੇਬਲ ਅਗਰੈਸ਼ਨ ਐਂਡ ਏ ਸਿੰਬਲ ਆਫ ਡਾਰਕਨੈਸ ਟੂ ਮਿਸਲੀਡ ਦਾ ਪੀਪਲ। ਉਹਨੇ ਕਿਹਾ ਸੀ ਇਹ ਡਾਰਕ ਫੋਰਸਿਸ ਨੇ, ਹੀ ਚੈਲੰਜ ਦਾ ਡਿਵਾਈਨ ਰਾਈਟ। ਇਹਨੇ ਕਿਹਾ ਸੀ ਕਿ ਇਹ ਜਿਹੜੀ ਥਿਊਰੀ ਆ spoke instead of a social contract between the people and the powers who are ruling there. It is not ਕਿ ਤੁਸੀਂ will of people ਦੇ ਨਾਲ elect ਹੋ ਕੇ ਆਪਣੇ ਆਪ ਨੂੰ ਕਹੋ ਕਿ you are the sons of God and you have been given divine power to rule over a nation. It totally against the norms of the Indian constitution ਹੈਗਾ।
I am repeatedly saying that Indian Parliament is not a temple; it is a house of democracy. ਜੀ ਉੱਥੇ ਕੋਈ ਡੰਡੌਤ ਨਹੀਂ ਕਰ ਸਕਦਾਗਾ, ਨਾ ਉਹ ਡੰਡੌਤ ਕਰਨ ਵਾਲੀ ਥਾਂ। Religion is a very individual issue. It can be celebrated in the temples, gurdwaras, mosques, or any religious place, even in their households. But it has no business in the Indian Parliament or any parliament in the world which is democratically elected. ਜੀ ਸਰ, ਇਸੇ ਟੌਪਿਕ ਦੇ ਨਾਲ ਜੁੜਿਆ ਹੋਇਆ ਇੰਟਰਨੈਸ਼ਨਲ ਇੱਕ ਮੈਟਰ ਹੈਗਾ ਜੀ ਟਰਕੀ ਦੇ ਵਿੱਚ ਜਿਹੜੇ ਪ੍ਰੈਜ਼ੀਡੈਂਟ ਨੇ ਐਰਦੋਗਨ, ਜਿਨ੍ਹਾਂ ਦਾ ਨਾਮ ਟਰਕਿਸ਼ ਭਾਸ਼ਾ ਦੇ ਵਿੱਚ ਤਾਂ ਬਹੁਤ ਔਖੇ ਢੰਗ ਨਾਲ ਪ੍ਰੋਨਾਊਂਸ ਕੀਤਾ ਜਾਂਦਾ ਹੈ, ਉਹ 20 ਸਾਲ ਲਗਾਤਾਰ ਪਾਵਰ ਦੇ ਵਿੱਚ ਬਣੇ ਹੋਏ ਨੇ, ਹੁਣ ਫਿਰ ਜਿੱਤੇ ਨੇ। ਜਦੋਂ ਉਹਨਾਂ ਦੀ ਉਸ ਪਾਵਰ ਦੇ ਪਿਛਲੇ ਕਾਰਨ ਦੇਖਦੇ ਆ ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਬਹੁਤ ਵੱਡਾ ਫੈਕਟਰ ਜੋ ਹੈ ਉਹ ਹੈ ਧਰਮ ਦੇ ਆਧਾਰ ਤੇ ਜਿਹੜਾ ਉਹਨਾਂ ਦਾ ਰਿਲੀਜੀਅਸ ਨੈਸ਼ਨਲਿਜ਼ਮ ਸੀ ਉਸ ਦੇਸ਼ ਦੇ ਵਿੱਚ। ਜਿਵੇਂ ਹੈਜੇ ਸੋਫੀਆ ਇੱਕ ਬਹੁਤ ਵੱਡਾ, ਲੋਕ ਜਾਣਦੇ ਹੋਣਗੇ ਕਿ 1500 ਸਾਲ ਤੋਂ ਜ਼ਿਆਦਾ ਪੁਰਾਣੀ ਉਹ ਇੱਕ ਕੈਥੀਡਰਲ ਸੀਗਾ, ਜਿਹੜਾ ਬਾਅਦ ਵਿੱਚ ਆਟੋਮਨ ਐਮਪਾਇਰ ਉਹਨੂੰ ਲੈਂਦਾ, ਔਰ ਬਾਅਦ ਵਿੱਚ ਜਦੋਂ ਟਰਕੀ ਰਿਪਬਲਿਕ ਬਣਦਾ ਹੈ ਤੇ ਅਤਾਤੁਰਕ ਵੱਲੋਂ ਉਸਨੂੰ ਇੱਕ ਮਿਊਜ਼ੀਅਮ ਦੇ ਵਿੱਚ ਬਣਾ ਕੇ ਟਰਕੀ ਨੂੰ ਇੱਕ ਸੈਕੂਲਰ ਸਟੇਟ ਬਣਾਇਆ ਜਾਂਦਾ। ਔਰ ਇਹ ਜੋ ਪ੍ਰੈਜ਼ੀਡੈਂਟ ਸੀ, ਇਹਨਾਂ ਨੇ ਆ ਕੇ ਦੁਬਾਰਾ ਉਹਨੂੰ ਮਸਜਿਦ ਬਣਾਇਆ। ਇਹ ਮੈਂ ਐਗਜ਼ਾਮਪਲ ਤਾਂ ਦੇ ਰਹੀ ਹਾਂ ਕਿ ਆਡੀਅנס ਸਮਝ ਸਕੇ ਕਿ ਰਿਲੀਜੀਅਸ ਨੈਸ਼ਨਲਿਜ਼ਮ ਕਿਵੇਂ ਧਰਮ ਨੂੰ ਉਹਨਾਂ ਨੇ ਯੂਜ਼ ਕੀਤਾ, ਕਈ ਮੀਡੀਆ ਨੂੰ ਟੇਮ ਕੀਤਾ, ਮੈਕਸਿਮਮ ਮੀਡੀਆ ਨੂੰ ਟੇਮ ਕੀਤਾ, ਮਿਲਟਰੀ ਨੂੰ ਆਪਣੇ ਜ਼ਿਆਦਾ ਕੰਟਰੋਲ ਦੇ ਵਿੱਚ ਲਿਆ, ਔਰ ਪਾਰਲੀਮੈਂਟਰੀ ਸਿਸਟਮ ਤੋਂ ਪ੍ਰੈਜ਼ੀਡੈਂਟ ਸਿਸਟਮ ਜਿਹੜਾ ਸੀ ਉਹ ਉੱਥੇ ਚੱਲਦਾ ਆ, ਹਿਜ਼ ਐਕਸੀਲੈਂਸੀ ਦਾ ਸਿਸਟਮ ਹੈ। ਸਰ, ਉਹ ਦੁਬਾਰਾ ਜਿੱਤੇ ਨੇ, ਕਿਵੇਂ ਦੇਖਦੇ ਹੋ ਤੁਸੀਂ ਇਸ ਚੀਜ਼ ਨੂੰ? ਟਰਕੀ ਨਾ ਬੜੀ ਪੁਰਾਣੀ ਸਭਿਅਤਾ ਹੈਗੀ ਆ, ਉੱਥੇ ਕ੍ਰਿਸਚਨਸ ਦਾ ਵੀ ਕਾਫੀ ਵੱਡਾ ਨੰਬਰ ਆ, ਪਰ ਜ਼ਿਆਦਾ ਮੈਜੋਰਟੀ ਦੇ ਵਿੱਚ ਮੁਸਲਮਾਨ ਨੇ। ਮੁਸਲਮਾਨ ਵੀ ਉਹ ਨੇ ਜਿਹੜੇ ਫੰਡਾਮੈਂਟਲਿਸਟ ਮੁਸਲਮਾਨ ਨੇ, ਪਰ ਉੱਥੇ ਲਿਬਰਲ ਜਿਹੜਾ ਸੈਕਸ਼ਨ ਹੈਗਾ ਉਹ ਵੀ ਬਹੁਤ ਵੱਡਾ। ਜਿਹੜੀ ਹੁਣ ਉੱਥੇ ਇਲੈਕਸ਼ਨ ਹੋਈ ਆ ਉਹਦੇ 'ਚ ਰੈਸਪ ਤਾਇਪ ਅਰਦੋਗਨ ਜਿੱਤੇ ਨੇ ਤੀਜੀ ਵਾਰ, ਕਿਉਂਕਿ ਉਹ ਪਿਛਲੇ 20 ਸਾਲ ਤੋਂ ਉੱਤੋਂ ਤੋਂ ਉੱਥੇ ਰੂਲ ਕਰ ਰਹੇ ਨੇ। ਹੀ 69 years old, ਤੇ ਇਹਨੂੰ ਵੀ ਇੱਕ ਆਟੋਕ੍ਰੈਟ ਰੂਲਰ ਮੰਨਿਆ ਜਾਂਦਾ ਐਸ ਪਰ ਦਾ ਵਰਲਡ ਇੰਡੈਕਸ। ਉਹਨਾਂ ਵੱਲੋਂ 3 ਬੰਦੇ ਕੀਤੇ ਗਏ ਨੇ ਪ੍ਰੋਮੀਨੈਂਟਲੀ ਫਿਗਰ ਆਊਟ। ਇੱਕ ਤਾਂ ਹੈਗਾ ਹੰਗਰੀ ਦਾ ਜਿਹੜਾ ਪ੍ਰਾਈਮ ਮਿਨਿਸਟਰ ਆ ਔਰਬਨ, ਸੈਕੰਡ ਹੈਗਾ ਟਰਕੀ ਦਾ ਜਿਹੜਾ ਕਰੰਟ ਪ੍ਰੈਜ਼ੀਡੈਂਟ ਆ ਅਰਦੋਗਨ, ਤੇ ਤੀਜੇ ਹੈਗਾ ਪ੍ਰਾਈਮ ਮਿਨਿਸਟਰ ਆਫ ਇੰਡੀਆ ਨਰਿੰਦਰ ਮੋਦੀ, ਜਿਨ੍ਹਾਂ ਨੂੰ ਤਿੰਨਾਂ ਨੂੰ ਉਹ ਬੀਇੰਗ ਡੈਮੋਕ੍ਰੇਟਲੀ ਇਲੈਕਟਡ, ਪਰ ਇਹਨਾਂ ਨੂੰ ਇਲੈਕਟੋਰਲ ਆਟੋਕ੍ਰੈਟਸ ਕਿਹਾ ਗਿਆ। ਕਿਉਂਕਿ ਇਸ ਤੋਂ ਪਹਿਲੇ ਜਿਹੜਾ ਬ੍ਰਾਜ਼ੀਲ ਦਾ ਵੀ ਪ੍ਰੈਜ਼ੀਡੈਂਟ ਸੀ ਬਾਲਸੋਨਾਰੋ, ਇਸੇ ਤਰ੍ਹਾਂ ਜਿਹੜੇ ਅਮਰੀਕਾ ਦੇ ਪ੍ਰੈਜ਼ੀਡੈਂਟ ਰਹਿ ਚੁੱਕੇ ਨੇ ਡੋਨਲਡ ਟਰੰਪ, ਉਹਨਾਂ ਨੂੰ ਵੀ ਇਹਨਾਂ ਟਰਮਾਂ ਨਾਲ ਵਰਲਡ ਇੰਡੈਕਸਿਸ ਨੇ ਉਸੇ ਤਰ੍ਹਾਂ ਕਲਾਸੀਫਾਈ ਕੀਤਾ ਸੀ। ਜਿਹੜੇ ਕਿ ਪੁਟਿਨ ਆ ਜਾਂ ਚਾਈਨਾ ਦਾ ਜਿਹੜਾ ਪ੍ਰੈਜ਼ੀਡੈਂਟ ਆ, ਦੇ ਆਰ ਬੇਸਿਕਲੀ ਡਿਕਟੇਟਰਸ। ਆ ਇਹਨਾਂ ਦਾ ਫਰਕ ਆ। ਉਹ ਵੀ ਚਾਈਨਾ ਵਾਲਾ ਵੀ ਫॉर ਲਾਈਫ ਹੈਗਾ ਪ੍ਰੈਜ਼ੀਡੈਂਟ, ਇਸੇ ਤਰ੍ਹਾਂ ਮਿਸਟਰ ਪੁਟਿਨ ਵੀ ਇੱਕ ਤਰ੍ਹਾਂ ਨਾਲ ਫॉर ਲਾਈਫ ਹੀ ਪ੍ਰੈਜ਼ੀਡੈਂਟ ਆ ਰਸ਼ੀਆ ਦਾ। ਜਦ ਕਿ ਇਹਨਾਂ 3 ਇਲੈਕਟੋਰਲ ਆਟੋਕ੍ਰੈਟਸ ਨੂੰ ਲੋਕਾਂ ਦੀ ਵਿਲ ਲੈਣੀ ਪੈਂਦੀ ਆ ਹਰ 5 ਸਾਲਾਂ ਬਾਅਦ। ਜਿਸ ਤਰ੍ਹਾਂ ਕਿ ਹੁਣ ਟਰਕੀ 'ਚ ਵੀ ਬੜੀ ਕਲੋਜ਼ ਇਲੈਕਸ਼ਨ ਹੋਈ ਹੈਗੀ ਆ, ਕਿਉਂਕਿ ਪਹਿਲਾ ਫੇਜ਼ ਉੱਥੇ ਇੱਕ ਰੂਲ ਹੈਗਾ ਉਹਨਾਂ ਦੀ ਡੈਮੋਕ੍ਰੇਸੀ ਦੇ ਵਿੱਚ ਕਿ 50% ਵੋਟਿੰਗ ਸ਼ੇਅਰ ਹੋਣਾ ਚਾਹੀਦਾ ਜਿਹੜਾ ਵਿਨਿੰਗ ਕੈਂਡੀਡੇਟ। ਉਸ ਤਰ੍ਹਾਂ ਦਾ ਕੋਈ ਰੂਲ ਇੰਡੀਅਨ ਡੈਮੋਕ੍ਰੇਸੀ ਵਿੱਚ ਨਹੀਂ ਹੈਗਾ ਇਲੈਕਟੋਰਲ ਪ੍ਰੋਸੈਸ ਦੇ ਵਿੱਚ। ਇੱਥੇ ਦਾ ਜਿਹੜੀ ਪ੍ਰੈਜ਼ੈਂਟ ਗਵਰਨਮੈਂਟ ਵੀ ਰੂਲ ਕਰ ਰਹੀ ਹੈ ਵਿਦ ਮੈਜੋਰਟੀ, ਇਟ ਹੈਜ਼ ਅ ਮੈਂਡੇਟ ਆਫ ਕਲੋਜ਼ ਟੂ 35% ਆਫ ਦਾ ਪੀਪਲ। ਉੱਥੇ ਤੁਸੀਂ ਹੁਣ ਜਿਹੜੀ ਇਲੈਕਸ਼ਨ ਹੋਈ ਹੈ ਉਹਦੇ 52% ਲੋਕਾਂ ਦਾ ਮੈਂਡੇਟ ਅਰਦੋਗਨ ਨੂੰ ਮਿਲਿਆ, ਤੇ ਜਿਹੜੀ ਯੂਨਾਈਟਿਡ ਸੀਗੀ ਆਪੋਜੀਸ਼ਨ ਉਹਨਾਂ ਨੂੰ ਕਲੋਜ਼ ਟੂ 48% ਵੋਟਿੰਗ ਦਾ ਸ਼ੇਅਰ ਮਿਲਿਆ ਹੈਗਾ। ਪਰ ਉਹ ਪਹਿਲੇ ਬਹੁਤ ਫੇਵਰਟ ਮੰਨੇ ਜਾਂਦੇ ਸੀ ਕਿ ਇਸ ਵਾਰ ਸ਼ਾਇਦ ਕਲੋਜ਼ ਇਲੈਕਸ਼ਨ ਦੇ ਵਿੱਚ ਜਿਹੜਾ ਇਨਕੰਬੈਂਟ ਪ੍ਰੈਜ਼ੀਡੈਂਟ ਉਹ ਹਾਰ ਜਾਵੇ, ਕਿਉਂਕਿ ਇਹਦੇ ਨਾਂ ਤੇ ਇਹ ਵੀ ਕਿਹਾ ਜਾ ਰਿਹਾ ਕਿ ਹੀ ਇਜ਼ ਅ ਆਟੋਕ੍ਰੈਟਿਕ ਰੂਲਰ ਐਂਡ he has weakened the freedom of expression, ਤੇ ਹਿਊਮਨ ਰਾਈਟਸ ਦੀਆਂ ਵਾਇਲੇਸ਼ਨਸ ਬਹੁਤ ਵੱਡੇ ਪੱਧਰ ਤੇ ਟਰਕੀ ਵਿੱਚ ਹੋ ਰਹੀਆਂ ਨੇ ਲਗਾਤਾਰ। ਤੇ ਜਿਹੜੀ ਉੱਥੇ ਜਿਹੜੀ ਹੈਗੀ ਆ ਮਿਨੋਰਟੀ, ਮੇਨ ਮਿਨੋਰਟੀ ਜਿਹੜੀ ਚਰਚ ਆ ਕ੍ਰਿਸਚਨਸ ਨੇ, ਉਹਨਾਂ ਦੀਆਂ ਇੰਡੀਆ ਵਾਂਗੂ ਚਰਚਿਸ ਨੂੰ ਕਨਵਰਟ ਕਰਕੇ ਮਸਜਿਦਾਂ ਦੇ ਵਿੱਚ ਤਬਦੀਲ ਕੀਤਾ ਜਾ ਰਿਹਾ, ਜਦ ਕਿ ਉੱਥੇ ਕ੍ਰਿਸਚਨ ਸਭਿਅਤਾ ਬਹੁਤ ਪੁਰਾਣੀ ਹੈਗੀ ਆ, ਸਿੰਸ ਦਾ ਟਾਈਮ ਆਫ ਕ੍ਰਾਈਸਟ। ਕਿਉਂਕਿ ਇਸੇ
ਤਰ੍ਹਾਂ ਉਹਨਾਂ ਦੀ ਨੇਬਰਿੰਗ ਜਿਹੜਾ ਸੀਰੀਆ ਹੈਗਾ, ਇਸੇ ਉੱਥੇ ਵੀ ਬਹੁਤ ਵੱਡਾ ਲੰਮੇ ਸਮੇਂ ਤੋਂ ਕ੍ਰਾਈਸਿਸ ਚੱਲ ਰਹੇ ਨੇ। ਉਹ ਦੇਸ਼ ਵੀ ਇੱਕ ਤਰ੍ਹਾਂ ਨਾਲ ਡਿਕਟੇਟਰ ਵੱਲੋਂ ਰਨ ਕੀਤੀ ਜਾ ਰਹੀ ਆ। ਉਹਦਾ ਇੰਟਰਨਲ ਕਨਫਲਿਕਟ, ਕਿਉਂਕਿ ਹੁਣ ਖਬਰਾਂ ਤੋਂ ਬਾਹਰ ਆ, ਪਰ ਹਜੇ ਵੀ ਉੱਥੇ ਇੰਟਰਨਲ ਕਨਫਲਿਕਟ ਚੱਲ ਰਿਹਾ ਹੈਗਾ। ਤੇ ਟਰਕੀ ਵਿੱਚ ਵੀ ਜਿਹੜੀ ਇੰਟਰਨਲ ਸਟ੍ਰਾਈਫ ਹੈਗੀ ਆ ਬਹੁਤ ਵੱਡੇ ਪੱਧਰ ਤੇ, ਕਿਉਂਕਿ ਉੱਥੇ ਜਿਹੜੀ ਕੁਰਦਿਸ਼ ਮਾਈਨੋਰਟੀ ਆ ਉਹ ਇਹਨਾਂ ਦੇ ਨਾਲ ਰਹਿਣਾ ਨਹੀਂ ਚਾਹੁੰਦੀ, ਕਿਉਂਕਿ ਕੁਰਦ ਇੱਕੋ ਇੱਕ ਦੁਨੀਆ 'ਚ ਕਮਿਊਨਿਟੀ ਆ ਜਿਹੜੀ ਕਿ 5 ਕੰਟਰੀਜ਼ ਦੇ ਵਿੱਚ ਫੈਲੀ ਹੋਈ ਆ। ਭਾਵੇਂ ਉਹ ਹੈ ਮੁਸਲਮਾਨ ਨੇ, ਪਰ ਉਹ ਜਾਣੇ ਕੁਰਦ ਜਾਂਦੇ ਨੇ, ਕਿਉਂਕਿ ਉਹ ਕੁਰਦਿਸ਼ ਰੀਜਨ ਦੇ ਵਿੱਚ ਕਦੀ ਉਹਨਾਂ ਦੀ ਆਪ ਦਾ ਰਾਜ ਰਿਹਾ। ਹੁਣ ਉਹ ਇਰਾਨ ਵਿੱਚ ਵੀ ਬਹੁਤ ਵੱਡਾ ਪੱਧਰ ਤੇ ਉਹਨਾਂ ਦੇ ਖਿਲਾਫ ਡਿਸਕ੍ਰਿਮੀਨੇਸ਼ਨ ਹੋ ਰਹੀ ਆ। ਤੁਸੀਂ ਦੇਖਿਆ ਹੋਣਾ ਕਿ ਮਾਸ਼ਾ ਅਮਨੀ ਕੁੜੀ ਜਿਹੜੀ 23 ਸਾਲ ਦੀ ਇਰਾਨ ਦੇ ਮੋਰਲ ਪੁਲਿਸ ਨੇ ਮਾਰ ਦਿੱਤੀ ਸੀ ਕਸਟਡੀ 'ਚ, ਉਹ ਵੀ ਕੁਰਦ ਵੂਮਨ ਸੀਗੀ। ਤੇ ਹੁਣ ਵੀ ਜਿਹੜਾ ਪ੍ਰੋਟੈਸਟ ਦਾ ਮੇਨ ਲੀਡਰਸ ਨੇ ਉਹ ਕੁਰਦਿਸ਼ ਲੇਡੀਜ਼ ਨੇ। ਇਸੇ ਤਰ੍ਹਾਂ ਕੁਰਦ ਅਜ਼ਰਬਾਈਜਾਨ 'ਚ ਬੈਠੇ ਨੇ, ਉੱਥੇ ਵੀ ਉਹਨਾਂ ਦਾ ਸਟੇਟ ਨਾਲ ਕਨਫਲਿਕਟ ਹੈ। ਇਸੇ ਤਰ੍ਹਾਂ ਬਹੁਤ ਵੱਡਾ ਹਿੱਸਾ ਟਰਕੀ 'ਚ ਆ। ਇਸੇ ਤਰ੍ਹਾਂ ਇਰਾਕ ਦੇ ਵਿੱਚ ਹੈ, ਜਿੱਥੇ ਕਿ ਉਹਨਾਂ ਨੇ ਇਰਾਕ ਗਵਰਨਮੈਂਟ ਦੇ ਖਿਲਾਫ ਜਾ ਕੇ ਆਪਣਾ ਆਪ ਦਾ ਰੈਫਰੈਂਡਮ ਕਰਾਇਆ ਸੀਗਾ ਤੇ ਆਪਣੇ ਆਪ ਨੂੰ ਕੁਰਦਿਸਤਾਨ ਡਿਕਲੇਅਰ ਵੀ ਕੀਤਾ ਹੋਇਆ, ਪਰ ਉਹਨਾਂ ਨੂੰ ਕਿਤੋਂ UN ਵੱਲੋਂ ਜਾਂ ਹੋਰ ਕਿਸੇ ਨੇਸ਼ਨ ਵੱਲੋਂ ਮਾਨਤਾ ਨਹੀਂ ਮਿਲੀ। ਜਿਵੇਂ ਕਿ ਤੈਵਾਨ ਨੂੰ ਵੀ ਮਾਨਤਾ ਮਿਲੀ ਹੋਈ ਆ, ਪਰ ਬਹੁਤ ਥੋੜੇ ਕੰਟਰੀਜ਼ ਵੱਲੋਂ ਮਿਲੀ ਹੋਈ ਆ, ਪਰ UN ਉਹਨਾਂ ਨੂੰ ਮੇਰਾ ਨਹੀਂ ਖਿਆਲ ਅਸੈਪਟ ਕਰਦਾ ਐਜ਼ ਸੈਪਰੇਟ ਕੰਟਰੀ, ਜਦ ਕਿ ਉਹ ਟੋਟਲੀ ਸੈਪਰੇਟ ਨੇ ਚਾਈਨਾ ਤੋਂ। ਨੇਟੋ ਦਾ ਵੀ ਮੈਂਬਰ ਟਰਕੀ ਬਹੁਤ ਪ੍ਰੋਮੀਨੈਂਟ ਨੇਟੋ ਦਾ ਮੈਂਬਰ ਹੈ, ਇੱਕ ਬੜਾ ਪਾਵਰਫੁਲ ਮੁਸਲਿਮ ਕੰਟਰੀ ਹੈਗਾ, ਪਰ ਇਸੇ ਪ੍ਰੈਜ਼ੀਡੈਂਟ ਦੀਆਂ ਕਲੋਜ਼ ਟਾਈਸ ਨੇ ਰਸ਼ੀਆ ਦੇ ਪ੍ਰੈਜ਼ੀਡੈਂਟ ਪੁਟਿਨ ਦੇ ਨਾਲ। ਔਰ ਸਵੀਡਨ ਦੀ ਜਦੋਂ ਆਪਾਂ ਗੱਲ ਕੀਤੀ ਸੀ, ਇੱਕ ਵਾਰ ਤੁਸੀਂ ਦੱਸਿਆ ਸੀ ਵੀ ਕੁਰਾਨ ਬਰਨਿੰਗ ਇਨਸੀਡੈਂਟ ਹੋਇਆ ਸੀ ਸਵੀਡਨ ਦੇ ਵਿੱਚ, ਉਦੋਂ ਸਵੀਡਨ ਦੀ ਜਿਹੜੀ ਨੇਟੋ ਦੇ ਲਈ ਉਹ ਵੀ ਉਸ ਅਲਾਈਅੰਸ ਦਾ ਹਿੱਸਾ ਬਣਨਾ ਚਾਹੁੰਦਾ, ਤਾਂ ਉਹਦੇ ਖਿਲਾਫ ਇਹੀ ਪ੍ਰੈਜ਼ੀਡੈਂਟ ਨੇ, ਟਰਕੀ ਨੇ ਵੋਟ ਕੀਤਾ ਸੀ ਕਿ ਉਹ ਨਹੀਂ ਚਾਹੁੰਦੇ ਸਵੀਡਨ ਉਹਦਾ ਹਿੱਸਾ ਬਣੇ। ਔਰ ਐਟ ਦਾ ਸੇਮ ਟਾਈਮ ਇਹੀ ਪ੍ਰੈਜ਼ੀਡੈਂਟ ਯੂਕਰੇਨ ਰਸ਼ੀਆ ਵਾਰ ਦੇ ਵਿੱਚ ਵੀ ਰਸ਼ੀਆ ਦੀ ਸਪੋਰਟ ਕਰ ਰਹੇ ਨੇ। ਵਾਰ ਜਦੋਂ ਸ਼ੁਰੂ ਹੋਈ ਸੀ ਉਦੋਂ ਵੀ ਕੀਤਾ। ਕਿਵੇਂ ਦੇਖਦੇ ਹੋ ਤੁਸੀਂ ਕਿ ਇਹ ਜਿਹੜਾ ਮਲਟੀਪੋਲਰ ਵਰਲਡ ਜਿਹੜਾ ਹੁਣ ਬਣਦਾ ਨਜ਼ਰ ਆ ਰਿਹਾ, ਇਹਦੇ ਤੇ ਫਰਕ ਪਊਗਾ? ਹੁਣ ਵਰਲਡ ਜਿਹੜਾ ਨਾ ਕ੍ਰਾਈਸਿਸ ਤਾਂ ਬਹੁਤ ਵੱਡੇ ਨੇ ਯੂਕਰੇਨ ਵਾਰ ਕਰਕੇ ਰਸ਼ੀਆ ਨਾਲ, ਇਹ ਵੀ ਮਤਲਬ ਕਿ ਡਬਲ ਰੋਲ ਪਲੇ ਕਰ ਰਿਹਾ ਹੈ, ਕਿਉਂਕਿ ਸਵੀਡਨ ਦੇ ਵਿੱਚ ਫਰੀडम ਆਫ ਐਕਸਪ੍ਰੈਸ਼ਨ ਜਿਹੜਾ ਹੈਗਾ ਉਹ ਉਤਲੇ ਦਰਜੇ ਦਾ, ਸਾਰਿਆਂ ਨਾਲੋਂ ਫ੍ਰੀ ਕੰਟਰੀਜ਼ ਵਜੋਂ ਉਹ ਜਾਣੇ ਜਾਂਦੇ ਨੇ। ਭਾਵੇਂ ਹੁਣ ਉੱਥੇ ਵੀ ਜਿਹੜੀ ਪਾਰਟੀ ਰੂਲ ਕਰ ਰਹੀ ਹੈ ਉਹ ਵੀ ਅਲਟਰਾ ਕੰਜ਼ਰਵੇਟਿਵ ਪਾਰਟੀ ਆ, ਪਰ ਸਟਿਲ ਉੱਥੇ ਪੂਰੀ ਤਰ੍ਹਾਂ ਲੋਕਾਂ ਨੂੰ ਆਜ਼ਾਦੀ ਹੈਗੀ ਆ, ਪ੍ਰੈਸ ਵੀ ਜਿਹੜੀ ਹੈਗੀ ਪੂਰੀ ਤਰ੍ਹਾਂ ਆਜ਼ਾਦ ਹੈਗੀ। ਉੱਥੇ ਵੀ ਇੱਥੋਂ ਵਾਂਗੂ ਇੰਡੀਆ ਵਾਂਗੂ ਪ੍ਰੈਸ ਦਾ ਉਸੇ ਤਰ੍ਹਾਂ ਦਾ ਕੰਟਰੋਲ ਆ ਗਵਰਨਮੈਂਟ ਦਾ। ਇਹ ਉਹਨਾਂ ਨੇ ਕਿਉਂਕਿ ਉੱਥੇ ਖੁੱਲ੍ਹ ਹੋਣ ਕਰਕੇ ਉੱਥੇ ਵੀ ਜਿਹੜੇ ਫੰਡਾਮੈਂਟਲਿਸਟ ਕ੍ਰਿਸਚੀਅਨਸ ਨੇ ਜਾਂ ਹੋਰ ਲੋਕ ਨੇ, ਉਹਨਾਂ ਨੇ ਕੁਰਾਨ ਦੇ ਬਾਰੇ ਬਹੁਤ ਮੰਦੀ ਸ਼ਬਦਾਵਲੀ ਵਰਤੀ ਆ ਤੇ ਉਸ ਨੂੰ ਸਾੜਿਆ ਵੀ ਗਿਆ। ਉਸ ਕਰਕੇ ਇੱਕ ਜਿਹੜੇ ਟਰਕੀ ਦੇ ਰੈਬਲਸ ਹੈਗੇ ਨੇ ਉਹ ਵੀ ਕਾਫੀ ਮਕਦਾਰ ਦੇ ਵਿੱਚ ਉਹਨਾਂ ਨੂੰ ਅਸਾਇਲਮ ਦਿੱਤੀ ਹੋਈ ਹੈ ਸਵੀਡਨ 'ਚ। ਇਸ ਕਰਕੇ ਟਰਕੀ ਮੰਨ ਨਹੀਂ ਰਿਹਾ, ਕਿਉਂਕਿ ਉਹ 'ਚ ਯੂਰਪੀਅਨ ਯੂਨੀਅਨ ਦੇ ਮੈਂਬਰ ਬਣਨ ਲਈ ਸਾਰੇ ਕੰਟਰੀਜ਼ ਤੋਂ ਓਕੇ ਲੈਣੀ ਪੈਂਦੀ ਹੈ। ਉਸ ਨੂੰ ਟਰਕੀ ਉਹਨਾਂ ਨੂੰ ਹਾਂ ਨਹੀਂ ਭਰ ਰਿਹਾ, ਪਰ ਹੁਣ ਇਹਨਾਂ ਨੂੰ ਦੁਬਾਰਾ ਯੂਰਪੀਅਨ ਯੂਨੀਅਨ ਨੇ ਅਪੀਲ ਕੀਤੀ ਹੈ ਕਿ ਤੁਸੀਂ ਇਹਨੂੰ ਗ੍ਰਾਂਟ ਕਰੋ ਆਪਣੀ ਅਪਰੂਵਲ, ਤਾਂ ਕਿ ਸਵੀਡਨ ਸ਼ੁੱਡ ਬਿਕਮ ਦਾ ਮੈਂਬਰ ਆਫ ਦਾ ਨੈਟੋ। ਕਿਉਂਕਿ ਹੁਣ ਜਿਹੜਾ ਨੈਟੋ ਦੀ ਬਾਉਂਡਰੀਜ਼ ਨੇ, ਇਹਨੇ ਬਹੁਤ ਵੱਡੀ ਲੰਮੀ ਬਾਉਂਡਰੀ ਰਾਹੀਂ ਰਸ਼ੀਆ ਨੂੰ ਘੇਰ ਲਿਆ ਹੋਇਆ, ਜਿਹਦੀ ਪ੍ਰੋਵੋਕੇਸ਼ਨ ਦੇ ਵਿੱਚ ਰਸ਼ੀਆ ਵੀ ਉਸੇ ਤਰ੍ਹਾਂ ਦੇ ਪ੍ਰੋਵੋਕੇਟਿਵ ਸਟੈਪਸ ਚੱਕ ਰਿਹਾ। ਇਹ ਵੀ ਡਰ ਹੈਗਾ ਯੂਰਪ ਦੇ ਵਿੱਚ ਕਿ ਇਟ ਮਾਈਟ ਲੀਡ ਟੂ ਅ ਨਿਊਕਲੀਅਰ ਵਾਰ। ਐਂਡ ਦੇ ਵਿੱਚ ਤੁਸੀਂ ਕੁਝ ਵੀ ਗੱਲ ਨੂੰ ਕਹਿਣਾ ਚਾਹੋ ਫॉर ਆਡੀਅנס? ਪਿਛਲੇ ਦਿਨਾਂ 'ਚ ਆਪਾਂ ਨਾ ਚੰਡੀਗੜ੍ਹ ਪ੍ਰੈਸ ਕਲੱਬ 'ਚ ਇਕੱਠੇ ਹੋਏ ਸੀਗੇ ਨਾ, ਉੱਥੇ ਇੱਕ ਕਿਤਾਬ ਰਿਲੀਜ਼ ਕੀਤੀ ਗਈ ਹੈਗੀ ਆ, ਪੰਜਾਬ ਫਰੋਮ ਦਾ ਪਰਸਪੈਕਟਿਵ ਆਫ ਅ ਹਿੰਦੂ। ਵੀ ਹਿੰਦੂ ਇਸ ਪੰਜਾਬ ਬਾਰੇ ਕਿਵੇਂ ਸੋਚਦੇ ਨੇ, ਕਿਉਂਕਿ ਪੰਜਾਬ ਇੱਕ ਬੜਾ ਨਿਰਪੱਖਤਾ ਵਾਲਾ, ਸਮਾਨ ਅਧਿਕਾਰਾਂ ਤੇ ਸਮਾਜਿਕ ਅੰਦੋਲਨਾਂ ਵਾਲਾ ਸਮਾਜ ਰਿਹਾ ਹੈਗਾ। ਇੱਥੇ ਹਮੇਸ਼ਾ ਕਿਸੇ ਵੀ ਨਵੀਂ ਥਾਟ ਨੂੰ ਸਦਾ ਹੀ ਬਹੁਤ ਵੱਡੇ ਪੱਧਰ ਤੇ ਹੰਗਾਰਾ ਮਿਲਿਆ। ਜਿਸ ਤਰ੍ਹਾਂ ਕਿ ਤੁਸੀਂ ਆਰੀਆ ਸਮਾਜ ਦੇ ਜਿਹੜੇ ਬਾਨੀ ਸੀਗੇ ਦਿਆਨੰਦ, ਭਾਵੇਂ ਉਹਨਾਂ ਦਾ ਜਨਮ ਗੁਜਰਾਤ 'ਚ ਹੋਇਆ ਸੀ ਤੇ ਉਹਨਾਂ ਦੀ ਜਿਹੜੀ ਜੜ ਸੀਗੀ ਉਹ ਮੁੰਬਈ 'ਚ ਲੱਗੀ ਸੀ,
ਪਰ ਉਸ ਦਾ ਸਾਰਿਆਂ ਨਾਲੋਂ ਜ਼ਿਆਦਾ ਪ੍ਰਸਾਰ ਜਿਹੜਾ ਹੋਇਆ ਉਹ ਪੰਜਾਬ 'ਚ ਹੋਇਆ। ਇਸੇ ਤਰ੍ਹਾਂ ਸਮੇਂ ਸਿਰ ਜਿਹੜੀ ਵੀ ਕੋਈ ਨਵੀਂ ਸੋਚ ਆਈ ਉਹਦੇ ਵਿੱਚ ਪੰਜਾਬ ਨੇ ਬਹੁਤ ਪ੍ਰਮੁੱਖਤਾ ਨਾਲ ਰੋਲ ਪਲੇ ਕੀਤਾ। ਤੇ ਪੰਜਾਬ 'ਚ ਜਿਹੜਾ ਹਿੰਦੂ ਸਮਾਜ ਸੀਗਾ ਬੜਾ ਧਰਮ ਨਿਰਪੱਖ ਸੀਗਾ, ਬਾਰਿੰਗ ਫਿਊ ਇੰਡੀਵਿਜੂਅਲਸ, ਕਿਉਂਕਿ ਇਹਨਾਂ ਦੇ ਵਿੱਚ ਵੀ ਜਿਹੜਾ ਫ੍ਰਿੰਜ ਐਲੀਮੈਂਟਸ ਹੈਗਾ, ਜਿਸ ਤਰ੍ਹਾਂ ਕਿ ਇੱਕ BJP ਦੇ ਕੁਝ ਲੀਡਰ ਹੈ ਬਲਦੇਵ ਪ੍ਰਕਾਸ਼ ਵਰਗੇ, ਜਾਂ ਹੁਣ ਲక్ష్ਮੀ ਕਾਂਤਾ ਚਾਵਲਾ ਹੈਗੀ, ਇਸੇ ਤਰ੍ਹਾਂ ਹਿੰਦੂ ਸੁਰੱਖਿਆ ਸਮਿਤੀ ਦੇ ਕਈ ਸੋ ਕਾਲਡ ਕਸਟੋਡੀਅਨਸ ਬਣੇ ਹੋਏ ਨੇ। ਉਹਨਾਂ ਨੂੰ ਸਟੇਟ ਵੱਲੋਂ ਇੰਨੀ ਕੁ ਪ੍ਰੋਟੈਕਸ਼ਨ ਦਿੱਤੀ ਗਈ ਹੈ ਤਾਂ ਕਿ ਉਹਨਾਂ ਦੀ ਲੋੜ ਤੋਂ ਵੱਧ ਪ੍ਰੋਮੀਨੈਂਸ ਨੂੰ ਬਰਕਰਾਰ ਰੱਖਿਆ ਜਾ ਸਕੇ। ਉਹਨਾਂ ਨੂੰ ਜਿਪਸੀਸ ਕਲਚਰ ਜਿਹੜਾ ਕਿ ਸਭ ਤੋਂ ਪਹਿਲੇ ਪ੍ਰੋਵਾਈਡ ਕੀਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਐਸ ਚੀਫ ਮਿਨਿਸਟਰ, ਪਰ ਉਹ ਜਿਹੜਾ ਆਮ ਹਿੰਦੂ ਨਾਗਰਿਕ ਹੈਗਾ ਉਹਨਾਂ ਦਾ ਇਹ ਸੋਚਣਾ ਕੋਈ ਲੈਣਾ ਦੇਣਾ ਨਹੀਂਗਾ। ਇਸੇ ਤਰ੍ਹਾਂ ਜਦੋਂ ਈਵਨ ਨਿਰੰਕਾਰੀ ਕਲੈਸ਼ ਵੀ ਹੋਇਆ, ਉਹਦਾ ਹਿੰਦੂਆਂ ਦਾ ਉਹਦੇ ਨਾਲ ਕੋਈ ਲੈਣਾ ਦੇਣਾ। ਜਦੋਂ 84 ਦਾ ਦਿਖਾਂਤ ਹੋਇਆ, ਆਮ ਹਿੰਦੂ ਤਾਂ ਸ਼ਾਂਤ ਸੀਗਾ, ਪਰ ਜਿਹੜਾ ਵੋਸੀਫੋਰਸ ਉਹਦੇ ਬਾਰੇ ਖੁਸ਼ੀਆਂ ਮਨਾਈਆਂ ਗਈਆਂ ਨੇ ਉਹ ਇਸੇ ਤਰ੍ਹਾਂ ਦੇ ਲక్ష్ਮੀ ਕਾਂਤ ਚਾਵਲਾ ਵਰਗੇ ਚਿਹਰਿਆਂ ਵੱਲੋਂ ਮਨਾਈਆਂ ਗਈਆਂ। ਉਹਨੂੰ ਵੀ ਅਕਾਲੀ ਦਲ ਨੇ ਜਦੋਂ ਇਹਨਾਂ ਦੀ ਮਿਨਿਸਟਰੀ ਆਈ ਤਾਂ ਉਹਨੂੰ ਵੀ ਮਿਨਿਸਟਰੀ ਇਹਨਾਂ ਨੇ ਬਖਸ਼ੀ ਸੀਗੀ, ਜਦ ਕਿ ਉਹਨੇ ਸਹੁੰ ਵੀ ਪੰਜਾਬ 'ਚੋਂ ਕੋਈ ਇੱਕ ਪੰਜਾਬੀ ਹੋਣ ਦੇ ਨਾਤੇ ਵੀ ਉਹਨੇ ਹਿੰਦੀ 'ਚ ਚੱਕੀ ਸੀ। ਇਸੇ ਤਰ੍ਹਾਂ ਦੇ ਗਰੁੱਪ ਨੇ ਪੰਜਾਬੀ ਸੂਬੇ ਵੇਲੇ ਵੀ ਇੱਕ ਸੈਕਟੇਰੀਅਨ ਮਾਹੌਲ ਕ੍ਰੀਏਟ ਕੀਤਾ ਤੇ ਪੰਜਾਬੀ ਹੋਣ ਕਰ ਬੇਸ਼ੱਕ ਪੰਜਾਬੀ ਸੀਗੇ ਪਰ ਇਹਨਾਂ ਨੇ ਆਪਣੇ ਆਪ ਨੂੰ ਹਿੰਦੀ ਕਲਚਰ ਨਾਲ ਜੋੜਿਆ, ਜਿਹਦੇ ਕਰਕੇ ਇੱਥੇ ਐਥਨਿਕ ਡਿਵਾਈਡ ਰਹੀ ਹੈਗੀ ਆ। ਪਰ ਜਿਹੜੀ ਆਮ ਹਿੰਦੂਆਂ ਦੀ ਕੋਈ ਸੋਚ ਆ, ਉਹਨਾਂ ਦਾ ਪੰਜਾਬ ਪ੍ਰਤੀ ਕੀ ਨਜ਼ਰੀਆ, ਉਹ ਸਦਾ ਹੀ ਸ਼ੈਡੋ 'ਚ ਰਿਹਾ। ਇਸ ਨੂੰ ਬਹੁਤ ਵਧੀਆ ਤਰੀਕੇ ਨਾਲ ਵਿਨਾਇਕ ਦੱਤ ਨੇ ਆਪਣੀ ਕਿਤਾਬ ਦੇ ਰਾਹੀਂ ਨਰੇਟ ਕੀਤਾ ਹੈਗਾ, ਜਿਹਦੀ ਮੈਂ ਰਿਲੀਜ਼ ਫੰਕਸ਼ਨ ਦੇ ਵਿੱਚ ਮੈਂ ਵੀ ਪ੍ਰੈਜ਼ੈਂਟ ਸੀਗਾ। ਉਹ ਮੇਰੇ ਖਿਆਲ ਕਿਤਾਬ ਪੜ੍ਹਨੀ ਚਾਹੀਦੀ ਹੈ ਵੀ ਉਹਨਾਂ ਦਾ ਕੀ ਪਰਸਪੈਕਟਿਵ ਹੋਣਾ, ਜਿਹੜਾ ਕਿ ਇੱਕ ਨਾਰਮਲ ਸੈਕੂਲਰ ਹਿੰਦੂ ਆ ਪੰਜਾਬ ਦਾ। ਕਿਉਂਕਿ ਜਿੰਨਾ ਮਰਜ਼ੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੂੰ ਇੰਡੀਆ ਲੈਵਲ ਤੇ ਉਹਨਾਂ ਨੂੰ ਸਹਿਯੋਗ ਮਿਲਿਆ ਜਾਂ ਉਹਨਾਂ ਨੂੰ ਆਪਣਾ ਲੀਡਰ ਮੰਨਿਆ ਗਿਆ ਹਿੰਦੂ ਸਮਾਜ ਵੱਲੋਂ, ਪਰ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਕਦੀ ਵੀ ਉਸ ਤਰ੍ਹਾਂ ਦਾ ਹੰਗਾਰਾ ਨਹੀਂ ਮਿਲਿਆ ਤੇ ਨਾ ਹੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੂੰ ਮਿਲਿਆ। ਅੱਜ ਦੇ ਪ੍ਰੋਗਰਾਮ ਲਈ ਆਪਣਾ ਸਮਾਂ ਕੱਢਣ ਲਈ, ਵਿਚਾਰ ਸ਼ੇਅਰ ਕਰਨ ਲਈ ਤੁਹਾਡਾ ਬਹੁਤ ਧੰਨਵਾਦ ਜੀ। ਥੈਂਕ ਯੂ ਸੋ ਮਚ।